तो शिव कुमार ने मैनू इदां बगल च लै लिया, मैनू उन्हें ऑफ वाइट जिहा सूट पाया हुआ सीगा जी ते मैनू ਉਹਦੇ सेंट ਦੀ खुशबू भी याद आ जाती याद आ जाती है। मेरे कोल अपना शमशेर संधू ते पाश जी ਇਹੋ ਅਕਸਰ ਪਾਸ਼ ਇਕੱਲਾ ਨਹੀਂ ਆਉਂਦਾ ਸੀਗਾ, ਉਹ 3-4 ਉਹਦੇ ਨਾਲ ਜਿਹੜੇ ਉਹਦੇ ਦੋਸਤ ਕਹਿ ਲਓ। ਤੋ ਪਰ ਇਹ ਸੀਗੇ ਫਿਰ ਉਹਨੇ ਮੈਨੂੰ ਜੇਲ੍ਹ 'ਚੋਂ ਜਦੋਂ ਜੇਲ੍ਹ 'ਚ ਗਿਆ ਤਾਂ ਬਹੁਤ ਲੰਬੀ ਚਿੱਠੀ ਲਿਖੀ ਜਿਹ 'ਚ ਉਹਨੇ ਮਤਲਬ ਮੇਰੀ ਕਵਿਤਾ ਲਈ ਅੱਛੀਆਂ ਲਾਈਨਾਂ ਵੀ ਲਿਖੀ ਕਿ ਤੂੰ ਸਾਡਾ ਬਹੁਤ ਸਭ ਤੋਂ ਵੱਧ ਅਹਿਸਾਸ ਵਾਲਾ ਕਵੀ ਆ, ਪਰ ਗਜ਼ਲ ਬਾਰੇ ਮੈਂ ਤੇਰੇ ਨਾਲ ਚਿੱਤਰ ਪਤਾਣ ਹੋਣ ਲਈ ਵੀ ਤਿਆਰ ਹਾਂ। ਅਸੀਂ ਕਿਹਾ ਵੀ ਸਾਰੇ ਕਵਿਤਾਵਾਂ ਵੱਡੇ ਕਵੀਆਂ ਕੋਲੋਂ ਲੈ ਕੇ ਆਉਣਾ, ਤਾਂ ਅਸੀਂ ਅਮਿਤੋਜ ਨੂੰ ਮੀਸ਼ੇ ਕੋਲ ਕਵਿਤਾ ਲੈਣ ਲਈ ਭੇਜਿਆ। ਅਤੇ ਅਮਿਤੋਜ ਦੀ ਐਕਟਿੰਗ ਬੜੀ ਮਸ਼ਹੂਰ ਹੁੰਦੀ ਸੀਗੀ, ਅਤੇ ਮੀਸ਼ਾ ਨੇ ਕਿਹਾ ਵੀ ਇਹ ਨਵੇਂ ਜਿਹੇ ਮੁੰਡੇ ਕੀ ਮੈਗਜ਼ੀਨ ਕੱਢਣਗੇ। ਉਹਨੇ ਸ਼ਾਇਦ ਉਹਨੂੰ ਕਹਿ ਤਾ, ਅਤੇ ਅਮਿਤੋਜ ਜਿੱਥੇ ਰੋਣ ਲੱਗ ਪਿਆ। ਅਮਿਤੋਜ ਕਹਿੰਦਾ ਵੀ ਮੈਂ ਰੋ ਕੇ ਕਵਿਤਾ ਲੈ ਕੇ ਆਇਆ। ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਪੰਜਾਬੀ ਸ਼ਾਇਰੀ ਵਿੱਚ ਨਵੀਆਂ ਰਾਹਾਂ ਬਣਾਉਣ ਵਾਲੇ ਬਹੁਤ ਹੀ ਹਰਮਨ ਪਿਆਰੇ ਸਾਡੇ ਮਹਿਬੂਬ ਸ਼ਾਇਰ ਸੁਰਜੀਤ ਪਾਤਰ ਦੀਆਂ ਇਹ ਸਤਰਾਂ ਦੇ ਨਾਲ ਅੱਜ ਦਾ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਕਿਉਂਕਿ ਜਦੋਂ ਉਹਨਾਂ ਨੇ ਸ਼ਾਇਰੀ ਵਿੱਚ ਆਪਣੀਆਂ ਨਵੀਆਂ ਰਾਹਾਂ ਬਣਾਉਣੀਆਂ ਸ਼ੁਰੂ ਕੀਤੀਆਂ ਅਤੇ ਉਸ ਸਫ਼ਰ ਦੌਰਾਨ ਬਹੁਤ ਸਾਰੇ ਲੇਖਕਾਂ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੋਈਆਂ, ਚਾਹੇ ਪ੍ਰੋਫੈਸਰ ਮੋਹਨ ਸਿੰਘ ਆ, ਚਾਹੇ ਸ਼ਿਵ ਕੁਮਾਰ ਬਟਾਲਵੀ ਆ, ਚਾਹੇ ਪਾਸ਼ ਆ, ਅਤੇ ਹੋਰ ਬਹੁਤ ਸਾਰੇ ਵੱਡੇ ਲੇਖਕ। ਉਹਨਾਂ ਦੇ ਨਾਲ ਬਿਤਾਏ ਹੋਏ ਖੂਬਸੂਰਤ ਪਲ ਜਾਂ ਉਹਨਾਂ ਵੱਡੇ ਲੇਖਕਾਂ ਨੂੰ ਉਹ ਕਿਵੇਂ ਯਾਦ ਕਰਦੇ ਨੇ, ਉਹਨਾਂ ਦੀ ਜ਼ੁਬਾਨੀ ਹੀ ਸੁਣਾਂਗੇ ਅਸੀਂ। ਬਹੁਤ ਬਹੁਤ ਸਵਾਗਤ ਆ ਪਾਤਰ ਸਾਹਿਬ। ਬਹੁਤ ਸ਼ੁਕਰੀਆ ਕਬੀਰ ਤੁਹਾਡਾ, ਔਰ ਸਭ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ। ਪਾਤਰ ਸਾਹਿਬ, ਤੁਹਾਡਾ ਸ਼ਾਇਰੀ ਦਾ ਇੱਕ ਤਰ੍ਹਾਂ ਨਾਲ ਸਫ਼ਰ ਰਣਧੀਰ ਕਾਲਜ ਕਪੂਰਥਲਾ ਤੋਂ ਸ਼ੁਰੂ ਹੋ ਜਾਂਦਾ। ਉਹਨਾਂ ਦਿਨਾਂ 'ਚ ਕਿਹੜੇ ਵੱਡੇ ਨਾਮ ਸੀਗੇ ਸ਼ਾਇਰੀ ਦੇ ਖੇਤਰ 'ਚ ਜਾਂ ਸਾਹਿਤਕਾਰੀ ਦੇ ਖੇਤਰ 'ਚ ਜਿਨ੍ਹਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਤੁਹਾਨੂੰ? ਮੈਨੂੰ ਮੈਂ ਜਦੋਂ ਯਾਦ ਕਰਦਾ ਇਸ ਤਰ੍ਹਾਂ, ਤਾਂ ਮੈਨੂੰ ਸਭ ਤੋਂ ਪਹਿਲਾਂ ਯਾਦ ਆਉਂਦਾ ਕਿ ਮੈਂ ਜਦੋਂ ਕਪੂਰਥਲੇ ਕਾਲਜ ਪੜ੍ਹਦਾ ਸੀ ਤਾਂ ਮੈਂ ਲਾਇਬ੍ਰੇਰੀ ਦੇ ਕਾਊਂਟਰ 'ਤੇ ਖੜ੍ਹਾ ਸੀ, ਅਤੇ ਮੇਰੇ ਕੋਲ ਇੱਕ ਡਾਇਰੀ ਫੜੀ ਹੋਈ ਸੀ, ਅਤੇ ਮੇਰੇ ਕੋਲ ਇੱਕ ਯਾਨੀ ਲੰਬੇ ਸੋਹਣੇ ਸਜੇ ਹੋਏ ਸਰਦਾਰ ਜੀ ਨੇ ਮੇਰੇ ਹੱਥ 'ਚੋਂ ਨਾ ਉਹ ਡਾਇਰੀ ਫੜ ਲਈ, ਅਤੇ ਡਾਇਰੀ ਫੜ ਕੇ ਵਿੱਚੋਂ ਮੇਰੀਆਂ ਕਵਿਤਾਵਾਂ ਪੜ੍ਹਨ ਲੱਗੇ ਹੈ ਨਾ। ਅਤੇ ਫਿਰ ਥੋੜ੍ਹਾ ਚਿਰ ਫੋਲ ਕੇ ਫਿਰ ਮੈਨੂੰ ਉਹਨਾਂ ਨੇ ਜਾਣੀ ਇੱਦਾਂ ਥਾਪੜਾ ਦਿੱਤਾ ਹੈ ਨਾ, ਅਤੇ ਕਹਿੰਦੇ ਬਹੁਤ ਬਹੁਤ ਸੋਹਣੀਆਂ ਕਵਿਤਾਵਾਂ। ਅਤੇ ਫਿਰ ਮੈਨੂੰ ਜਿਹੜੀ ਲਾਇਬ੍ਰੇਰੀਅਨ ਸੀ ਉਹਨੂੰ ਦੱਸਿਆ ਵੀ ਜਸਵੰਤ ਸਿੰਘ ਨੇਕੀ ਨੇ। ਅੱਛਾ ਅੱਛਾ। ਸੋ ਜਿਹਨਾਂ ਨੂੰ ਮੈਂ ਪਹਿਲਾਂ ਪੜ੍ਹ ਚੁੱਕਾ ਸੀ, ਅਸਲੇ ਤੇ ਉਹਲੇ ਉਹਨਾਂ ਦੀ ਕਿਤਾਬ ਸੀ। ਸੋ ਇਹ ਮੇਰੇ ਲਈ ਇੱਕ ਬੜੀ ਕਮਾਲ ਦੀ ਔਰ ਸਹਿਜ ਸੁਭਾਅ ਮੁਲਾਕਾਤ ਸੀ। ਔਰ ਦੂਸਰੀ ਮੁਲਾਕਾਤ ਮੇਰੀ, ਚਲੋ ਇੱਕ ਤਾਂ ਮੇਰੇ ਟੀਚਰ ਸੀ ਸੇਠੀ ਸਾਹਿਬ ਜਿਹਨਾਂ ਨਾਲ ਮੇਰੀ ਮੁਲਾਕਾਤ ਹੋ ਚੁੱਕੀ ਸੀ ਪਹਿਲਾਂ, ਬਹੁਤ ਚੰਗੀ ਤਰ੍ਹਾਂ ਮੁਲਾਕਾਤ ਹੋਈ, ਔਰ ਮੈਨੂੰ ਉਹਨਾਂ ਪੜ੍ਹਾਇਆ ਵੀ 2 ਸਾਲ। ਅਤੇ ਉੱਥੇ ਪੜ੍ਹਦਿਆਂ ਮੇਰੀ ਜਿਹੜੀ ਮੁਲਾਕਾਤ, ਪਹਿਲੀ ਮੁਲਾਕਾਤ ਸ਼ਿਵ ਕੁਮਾਰ ਬਟਾਲਵੀ ਨਾਲ ਹੋਈ, ਕਿ ਜਿਹਦੇ ਬਾਰੇ ਮੈਂ ਲੇਖ ਵੀ ਲਿਖਿਆ ਕਿ ਸ਼ਿਵ ਕੁਮਾਰ ਨਾਲ ਮੇਰੀਆਂ 7 ਮੁਲਾਕਾਤਾਂ, ਅਤੇ ਉਹ ਪਹਿਲੀ ਮੁਲਾਕਾਤ ਸੀ। ਅਤੇ ਮੈਨੂੰ ਸੇਠੀ ਸਾਹਿਬ ਨੇ ਮਿਲਾਇਆ, ਉਹਨਾਂ ਕਹਿੰਦੇ ਸੁਰਜੀਤ ਆ ਅਤੇ ਇਹਨੂੰ ਵੀ ਕਵਿਤਾ ਲਿਖਣ ਦਾ ਸ਼ੌਕ ਹੈ। ਤੋ ਸ਼ਿਵ ਕੁਮਾਰ ਨੇ ਮੈਨੂੰ ਇੱਦਾਂ ਬਗਲ 'ਚ ਲੈ ਲਿਆ, ਮੈਨੂੰ ਉਹਨੇ ਆਫ ਵਾਈਟ ਜਿਹਾ ਸੂਟ ਪਾਇਆ ਹੋਇਆ ਸੀਗਾ, ਅਤੇ ਮੈਨੂੰ ਉਹਦੇ ਸੈਂਟ ਦੀ ਖੁਸ਼ਬੂ ਵੀ ਯਾਦ ਆ ਜਾਂਦੀ ਹੈ। ਅਤੇ ਫਿਰ ਉਹ ਪੁੱਛਣ ਲੱਗ ਪਏ ਕਿ ਤੂੰ
ਸੁਰਜੀਤ, ਫਿਰ ਮੈਂ ਦੱਸਿਆ, ਮੈਂ ਆਪਣਾ ਨਾਮ ਵੀ ਦੱਸਿਆ ਕਿ ਪਿੱਛੇ ਮੈਂ ਉਦੋਂ ਪੱਤਰ ਲਿਖਦਾ ਸੀਗਾ। ਜੀ ਅਤੇ ਜਿਹੜੀ ਬਹੁਤ ਹੈਰਾਨੀ ਦੀ ਗੱਲ ਸੀ, ਉਹਨੇ ਮੈਨੂੰ ਕਿਹਾ ਵੀ ਤੂੰ ਕੋਈ ਨਵਤੇਜ ਨੂੰ ਕਵਿਤਾਵਾਂ ਭੇਜੀਆਂ? ਪ੍ਰੀਤ ਲੜੀ। ਅੱਛਾ, ਪ੍ਰੀਤ ਲੜੀ, ਹਾਂ। ਜੀ ਮੈਂ ਕਿਹਾ ਹਾਂ। ਅਤੇ ਫਿਰ ਉਹਨੇ ਵਿੱਚੋਂ ਇੱਕ ਲਾਈਨ ਉਹਨੂੰ ਯਾਦ ਸੀ, ਕਹਿੰਦਾ ਮੈਨੂੰ ਉਹਨੇ ਨਵਤੇਜ ਨੇ ਪੜ੍ਹ ਕੇ ਸੁਣਾਈਆਂ ਉਹ ਨਜ਼ਮਾਂ ਤੇਰੀਆਂ, 2 ਨਜ਼ਮਾਂ। ਅਤੇ ਜ਼ਖਮੀ ਹੰਸ ਉਡੇ ਸਰਵਰ 'ਚੋਂ, ਪਾਣੀ ਵਿੱਚ ਪਿਆਜ਼ੀ ਰਵਾਂ, ਜਲ ਤਲ ਨੂੰ ਛਿੜੀਆਂ ਝਰਨਾਟਾਂ, 2 ਲਾਈਨਾਂ ਉਹਨੇ ਨਾ। ਸੁਣਾਇਆ। ਸੋ ਉਹ ਮੇਰੇ ਲਈ ਬਹੁਤ, ਸਮਝ ਲਓ ਇੱਕ ਦਿਨ, ਬਹੁਤ ਵੱਡਾ ਦਿਨ ਸੀਗਾ ਕਿ ਸ਼ਿਵ ਮੈਨੂੰ ਮਿਲਿਆ ਔਰ ਸ਼ਿਵ ਨੇ ਮੈਨੂੰ ਮੇਰੀ ਸਤਰੀ ਸੁਣਾਈ। ਅਤੇ ਸੋ ਉਹ ਮੇਰੀ ਸ਼ਿਵ ਨਾਲ ਪਹਿਲੀ ਮੁਲਾਕਾਤ ਸੀ। ਬਹੁਤ ਮੁਲਾਕਾਤਾਂ ਬਾਅਦ 'ਚ ਉਹਦੀ ਉਮਰ ਦੇ ਆਖਰੀ ਪੜਾਅ ਤੱਕ ਹੁੰਦੀਆਂ ਰਹੀਆਂ, ਜਿਨ੍ਹਾਂ ਦੇ ਵਿੱਚ ਮੈਂ ਜਾਣੀ ਸਮਝਦਾ ਕਿ ਇੱਕ ਮੁਲਾਕਾਤ ਜਿਹੜੀ ਬਹੁਤ, 2-3 ਬਹੁਤ ਖੂਬਸੂਰਤ ਮੁਲਾਕਾਤਾਂ ਸੀ ਕਿ ਇੱਕ ਰਾਤ ਅਸੀਂ ਸੁਲਤਾਨਪੁਰ ਲੋਧੀ ਕਵੀ ਦਰਬਾਰ 'ਤੇ ਇਕੱਠੇ ਸੀ। ਗੁਰੂ ਨਾਨਕ ਸਾਹਿਬ ਦੇ ਲਈ ਕਵੀ ਦਰਬਾਰ ਸੀ। ਜੀ ਜੀ। ਅਤੇ ਦੂਜੇ ਦਿਨ ਅਸੀਂ ਕਪੂਰਥਲੇ ਤੋਂ ਟ੍ਰੇਨ 'ਚ ਆ ਰਹੇ ਸੀ ਕਵੀ। ਟ੍ਰੇਨ 'ਚ ਬੈਠੇ, ਸ਼ਿਵ ਬੈਠਾ, ਮੈਂ ਬੈਠਾ, ਮੀਸ਼ਾ ਬੈਠਾ, ਅਤੇ ਸ਼ਿਵ ਨੂੰ ਕਿਸੇ ਨੇ ਪਛਾਣ ਲਿਆ ਉੱਥੇ ਓਕੇ। ਟ੍ਰੇਨ 'ਚ। ਉਹ ਕਹਿੰਦੇ ਜੀ ਕੁਛ ਸੁਣਾਓ, ਤੁਸੀਂ ਕੁਛ ਸੁਣਾਓ। ਅਤੇ ਸ਼ਿਵ ਨੇ ਉਹਨੂੰ ਨਾ ਨਹੀਂ ਕੀਤੀ। ਸ਼ਿਵ ਉੱਥੇ ਜਾਣੀ ਟ੍ਰੇਨ 'ਚ ਹੀ ਗਾਉਣ ਲੱਗ ਪਿਆ ਵੀ ਉਹ ਸ਼ਾਇਦ ਇਹ ਗੀਤ ਸੀ ਉਹਦਾ, ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ, ਜਾਣੀ ਉਸ ਸਵੇਰ ਜੀ ਦਾ ਜਾਂ ਮੌਕਾ ਸੀ। ਅਤੇ ਉਹ ਮੈਨੂੰ ਜਾਣੀ ਟ੍ਰੇਨ ਔਰ ਸ਼ਿਵ ਦਾ ਉਸ ਟ੍ਰੇਨ 'ਚ ਗਾਉਣਾ, ਉਹ ਮੈਂ ਕਦੀ ਨਹੀਂ ਵਿਸਾਰ ਸਕਦਾ, ਉਹ ਜਿਹੜਾ ਪਲ ਸੀ। ਤੋ ਇੱਕ ਜਿਹੜੀ ਸ਼ਿਵ ਨਾਲ ਮੁਲਾਕਾਤ ਸੀ, ਉਹ ਤਰਲੋਚਨ ਜਿਹੜੇ ਆਪਣੇ ਇੱਕ ਸ਼ਾਇਰ ਸੀਗੇ, ਗੁਜ਼ਰ ਗਏ ਜੀ। ਉਹਨਾਂ ਦੀ ਮੰਗਣੀ ਸੀ ਉਹਦੇ ਪਿੰਡ, ਜਿੱਥੇ ਬਿਜਲੀ ਵੀ ਨਹੀਂ ਸੀ ਅਜੇ ਆਈ। ਅਤੇ ਮੈਨੂੰ ਯਾਦ ਹੈ ਕਿ ਵੱਡੀ ਸਾਈ ਇੱਕ ਸਬਾਤ 'ਚ ਅਸੀਂ, ਉਹਨੇ ਕਵੀ ਹੀ ਕਵੀ ਬੁਲਾਏ ਹੋਏ ਸੀਗੇ। ਸੋ ਅਸੀਂ ਲਗਭਗ 25 ਕਵੀ ਉਹਦੇ ਉੱਥੇ ਜਾਣੀ ਥੱਲੇ ਉਹਨੇ ਕੋਰੇ ਵਿਛਾਏ ਹੋਏ ਆ ਜਿਹੜੇ ਖੱਦਰ ਦੇ ਤੋਂ ਬੈਠੇ, ਔਰ ਹਰ ਕਵੀ ਦੇ ਅੱਗੇ ਇੱਕ ਮੋਮਬੱਤੀ ਜਗਾਈ ਹੋਈ ਹੈ। ਅਤੇ ਉਹ ਹਨੇਰਾ ਜਿਹਾ ਕਮਰਾ, ਅਤੇ ਉੱਥੇ ਫਿਰ ਹਰ ਕਵੀ ਨੇ ਇੱਕ ਕਵਿਤਾ ਪੜ੍ਹੀ। ਸੋ ਉਹ ਮੁਲਾਕਾਤ ਮੈਨੂੰ ਆਪਣੀ ਸ਼ਿਵ ਨਾਲ ਜਿਹੜੀ ਮੁਲਾਕਾਤ ਬਹੁਤ ਖੂਬਸੂਰਤ ਅਤੇ ਬਹੁਤ, ਮੈਂ ਉਹਨੂੰ ਵੀ ਬਹੁਤ ਸਮਝ ਲਓ ਯਾਦ ਕਰਦਾ ਉਸ ਮੁਲਾਕਾਤ ਨੂੰ। ਬੜੀ ਉਹ ਦ੍ਰਿਸ਼ ਆ, ਉਹ ਆਪਣੇ ਆਪ 'ਚ ਪੂਰਾ ਇੱਕ ਫਿਲਮ ਵਰਗਾ ਦ੍ਰਿਸ਼ ਆ ਮੇਰੇ ਮਨ 'ਚ। ਔਰ ਇਹਨਾਂ ਹੀ ਦਿਨਾਂ 'ਚ ਫਿਰ ਮੇਰੀ ਪ੍ਰੋਫੈਸਰ ਮੋਹਨ ਸਿੰਘ ਹੋਣਾ ਨੂੰ ਮੈਂ ਸ਼ਿਵ ਬਾਰੇ ਇੱਕ ਮੈਨੂੰ ਯਾਦ ਆ ਰਹੀ ਹੈ, ਮੈਂ ਰੋਕਦਾ ਕਿ ਤੁਹਾਡੇ ਕੋਲ ਇੱਕ ਵਾਰੀ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਖਾਣਾ ਖਾ ਕੇ ਵੀ ਗਏ ਸੀ, ਕੁਛ ਇਸ ਤਰ੍ਹਾਂ ਦੀ ਘਟਨਾ ਵੀ ਹੋਈ ਸੀ। ਸ਼ਿਵ ਦੀ ਉਹ ਮੁਲਾਕਾਤ ਬੜੀ ਮਜ਼ੇਦਾਰ ਹੈ। ਉਹ ਇਸ ਤਰ੍ਹਾਂ ਸੀ ਕਿ ਰਾਤ ਨੂੰ ਕਵੀ ਦਰਬਾਰ ਸੀ ਯੂਨੀਵਰਸਿਟੀ ਵਿੱਚ ਜੀ, ਅਤੇ ਸ਼ਿਵ, ਤਾਰਾ ਸਿੰਘ, ਡਾਕਟਰ ਭਜਨ ਸਿੰਘ, ਬਹੁਤ ਸਾਰੇ ਕਵੀ ਆਏ ਹੋਏ ਸੀ। ਅਤੇ ਬਾਕੀ ਕਵੀ ਤਾਂ ਸ਼ਾਇਦ ਚਲੇ ਗਏ। ਦੂਜੀ ਸਵੇਰ ਸ਼ਿਵ ਕੁਮਾਰ ਬਟਾਲਵੀ ਅਤੇ ਸਾਡੇ ਅਧਿਆਪਕ ਸੀਤਲ ਸਾਹਿਬ, ਡਾਕਟਰ ਜੀਤ ਸਿੰਘ ਸੀਤਲ, ਬਹੁਤ ਪੋਇਟਰੀ ਦੇ ਸ਼ੌਕੀਨ ਅਤੇ ਬਹੁਤ ਪਿਆਰੇ ਸ਼ਖਸ, ਉਹਨਾਂ ਨਾਲ ਸ਼ਿਵ ਕੁਮਾਰ ਅਤੇ ਨਾਲ ਇੱਕ ਬੀਬਾ ਜੀ ਕੋਈ ਉਹਨਾਂ ਦੇ ਸੀਗੇ। ਅਤੇ ਮੈਨੂੰ ਆਪਣੇ ਸੀਤਲ ਸਾਹਿਬ ਕਹਿਣ ਲੱਗੇ ਵੀ ਇਹਨਾਂ ਨੂੰ ਤੂੰ ਨਾ, ਮੈਨੂੰ ਉਹਨਾਂ ਬੁਲਾਇਆ ਆਪਣੇ ਕੋਲ ਵੀ ਇਹਨਾਂ ਨੂੰ ਤੂੰ ਆਪਣੇ ਨਾ ਹੋਸਟਲ ਛੱਡਿਆ ਅਤੇ ਕਮਰੇ 'ਚ ਖਾਣਾ ਖਿਲਾ ਦੇਈਂ, ਇੱਦਾਂ ਕੁਛ ਹੈ ਨਾ। ਸੋ ਮੈਂ ਕੀ ਕੀਤਾ ਕਿ ਮੈਂ ਉਹਨਾਂ ਨੂੰ ਆਪਣੇ ਕਮਰੇ 'ਚ ਲੈ ਗਿਆ, ਮਿਸ ਵਾਲੇ ਪਾਸਿਓਂ ਪਿੱਛੋਂ, ਅਤੇ ਮੈਂ ਆਪਣੇ ਕਮਰੇ 'ਚ ਉਹਨਾਂ ਨੂੰ ਬਿਠਾਇਆ ਅਤੇ ਮੈਂ 2 ਖਾਣੇ ਔਡਰ ਕਰ ਦਿੱਤੇ। ਤੋ ਫਿਰ ਮੈਂ ਜਾਣੀ ਆ ਗਿਆ, ਆਪਣੇ ਡਿਪਾਰਟਮੈਂਟ ਤੋਂ ਆ ਗਿਆ, ਲਾਇਬ੍ਰੇਰੀ ਬੈਠਾ ਰਿਹਾ। ਅਤੇ ਜਦੋਂ ਮੈਂ ਗਿਆ ਤਾਂ ਉਹ ਮੈਂ ਉੱਥੇ ਪਹੁੰਚਿਆ ਤਾਂ ਉਹ ਕਹਿੰਦੇ ਕਿ ਆ ਚਾਬੀ ਫੜਾ ਗਏ ਸੀ। ਮੈਸ ਵਾਲੇ ਕਹਿੰਦੇ ਵੀ ਉਹ ਚਾਬੀ ਫੜਾ ਗਿਆ ਸੀ ਤੁਹਾਡੇ ਕਮਰੇ ਦੀ, ਆ ਲਓ। ਅਤੇ ਜਦੋਂ ਮੈਂ ਗਿਆ ਤਾਂ ਖਾਣੇ ਤਾਂ ਬਿਲਕੁਲ ਅਛੋਹ ਪਏ ਸੀਗੇ, ਖਾਣਾ ਨਹੀਂ ਖਾਧਾ ਸੀਗਾ। ਅਤੇ ਦੂਏ ਦਿਨ ਫਿਰ ਮੇਰੇ ਉੱਥੇ ਨੋਟਿਸ ਬੋਰਡ 'ਤੇ ਨੋਟਿਸ ਲੱਗਾ ਸੀਗਾ ਕਿ ਸੁਰਜੀਤ ਸਿੰਘ ਪਾਤਰ ਇਜ਼ ਫਾਈਨਡ ₹10 ਫਾਰ ਐਂਟਰਟੇਨਿੰਗ ਏ ਲੇਡੀ ਗੈਸਟ ਇਨ ਰੂਮ। ਤੋ ਮੈਂ ਫਿਰ ਯਾਨੀ ਸ਼ਿਵ ਨੂੰ ਕਹਿਣਾ ਵੀ ਤੂੰ ਮੇਰੇ 10 ਰੁਪਏ
ਦੇਣੇ ਆ, ਹੈ ਨਾ। ਤੇ ਅਸੀਂ ਬੜੇ ਇਸ ਗੱਲ 'ਤੇ ਜਾਣੀ ਫਿਰ ਉਹ ਹੱਸਦੇ। ਸੋ ਇਹ ਇੱਕ ਮੁਲਾਕਾਤ ਵੀ ਕਮਾਲ ਦੀ ਸੀ। ਇੱਕ ਵਾਰੀ ਕੁਝ ਮਤੋਜ ਹੁਣਾਂ ਨਾਲ ਤੁਹਾਡੇ ਨਾਲ ਸ਼ਰਾਰਤ ਕੀਤੀ ਸੀ ਤੇ ਤੁਸੀਂ ਲੰਬਾ ਲੈਕਚਰ ਦਿੱਤਾ ਸੀ ਉਹਨਾਂ ਨੂੰ ਕਵਿਤਾ ਬਾਰੇ। ਹਾਂ, ਉਹ ਵੀ ਬਹੁਤ ਮਜ਼ਾ ਆਇਆ। ਮਤਲਬ ਉਹ ਇੱਦਾਂ ਸੀ ਕਿ ਅਮਿਤੋਜ ਸਾਨੂੰ ਮਿਲਿਆ, ਮੈਂ ਤੇ ਬਾਜਵਾ, ਰਣਜੀਤ ਬਾਜਵਾ ਮੇਰੇ ਜਮਾਤੀ, ਅਸੀਂ ਗਏ ਚੰਡੀਗੜ੍ਹ ਪਟਿਆਲੇ ਤੋਂ, ਅਤੇ ਅਸੀਂ ਕਿਸੇ ਇੱਦਾਂ ਬੁੱਕ ਸ਼ਾਪ 'ਤੇ ਘੁੰਮਦੇ ਨਹੀਂ, ਬੁੱਕ ਸ਼ਾਪ ਕਾਫੀ ਹਾਊਸ ਬੈਠੇ। ਸਾਨੂੰ ਕੋਈ ਕਹਿੰਦਾ ਵੀ ਤੁਸੀਂ ਬਹੁਤ ਥੱਕੇ ਜਿਹੇ ਲੱਗਦੇ ਹੋਏ ਵੀ ਅਮਿਤੋਜ ਕਹਿੰਦੇ ਆ ਮੈਂ ਤੁਹਾਨੂੰ ਇੱਕ ਗੋਲੀ ਦਿੰਦਾ, ਤੁਹਾਡਾ ਜੇ ਠੀਕ ਹੋ ਜਾਊਗਾ ਸਰੀਰ ਸੂ, ਥਕਾਵਟ ਲੱਗ ਜਾਊਗੀ। ਅਤੇ ਚਲੋ ਅਸੀਂ ਉਹ ਭੋਲੇ ਪਾ ਉਹ ਖਾ ਲਈ ਗੋਲੀ ਟੈਬਲੇਟ ਜਿਹੜੀ ਸੀ, ਅਤੇ ਅਸੀਂ ਉੱਥੋਂ ਫਿਰ ਅਮਿਤੋਜ ਕਿਸੇ ਤਰ੍ਹਾਂ ਉੱਥੋਂ ਚਲਾ ਗਿਆ, ਫਿਰ ਸਾਨੂੰ ਜਾਣੀ ਛੱਡ ਕੇ ਉੱਥੋਂ, ਅਤੇ ਮੈਂ ਅਤੇ ਉਹ ਬੈਠੇ, ਅਤੇ ਬਾਜਵਾ ਕਹਿੰਦੇ ਚਲੋ ਬੁੱਕ ਸ਼ਾਪ ਚੱਲਦੇ ਹਾਂ। ਜਦੋਂ ਬੁੱਕ ਸ਼ਾਪ 'ਤੇ ਅਸੀਂ ਪਹੁੰਚੇ ਅਤੇ ਮੈਂ ਦੇਖਿਆ ਬਾਜਵੇ ਦੀ ਤੋਰ ਮੈਨੂੰ ਅਜੀਬ ਜਿਹੀ ਲੱਗੀ, ਬਾਜਵੇ ਨੂੰ ਕੀ ਹੋ ਗਿਆ। ਅਤੇ ਫਿਰ ਮੈਨੂੰ ਲੱਗਾ ਵੀ ਅਮਿਤੋਜ ਸਾਡੇ ਨਾਲ ਕੋਈ ਅਮਿਤੋਜੀ ਚੋਜ ਕਰ ਗਿਆ ਸਾਨੂੰ ਕੁਛ ਇਹੋ ਜਿਹੀ ਚੀਜ਼ ਉਹਨੇ ਖਿਲਾਈ ਆ ਜਿਹਦੇ 'ਚ ਨਸ਼ਾ ਸੀਗਾ। ਅਤੇ ਫਿਰ ਪਤਾ ਨਹੀਂ ਉਸ ਹਾਲਾਤ 'ਚ ਕੀ ਹੋਇਆ ਕਿ ਬਾਜਵਾ ਵੀ ਕਿਤੇ ਵਿਛੜ ਗਿਆ। ਅੱਛਾ ਜੀ। ਅਤੇ ਮੈਂ ਜਦੋਂ ਬੁੱਕ ਸ਼ਾਪ ਤੋਂ ਬਾਹਰ ਆਇਆ ਅਤੇ ਮੈਨੂੰ ਲੱਗਾ ਸੁਪਨਿਆਂ ਵਾਂਗ ਲੱਗਾ ਮੈਨੂੰ ਕਿ ਸ਼ਿਵ ਕੁਮਾਰ ਬਟਾਲਵੀ ਆ ਰਹੇ ਤੁਰੇ, ਹੈ ਨਾ। ਅਤੇ ਮੈਂ ਸ਼ਿਵ ਨੂੰ ਬਹੁਤ ਹੀ ਜਾਣੀ, ਕਿਉਂਕਿ ਮੇਰਾ ਆਲਮ ਇਹ ਸੀਗਾ ਕਿ ਮੈਂ ਸ਼ਿਵ ਨੂੰ ਬਹੁਤ ਪੋਇਟਰੀ ਬਾਰੇ ਜੋ ਮੈਂ ਲੇਟੈਸਟ ਪੜ੍ਹਿਆ ਸੀ ਵੀ ਦੇਖੋ ਪਾਜ ਇੱਦਾਂ ਲਿਖਦਾ ਨਾ, ਨਰੂਦਾ ਐਂ ਲਿਖਦਾ, ਪੋਇਟਰੀ ਭੂਤਵਾੜੇ ਦਾ ਜਿਹੜਾ ਗਿਆਨ ਸੀ, ਪੋਇਟਰੀ ਇੱਦਾਂ ਹੁੰਦੀ ਆ, ਪੋਇਟਰੀ ਜਾਣੀ ਮੈਂ ਹੁਣ ਜਦੋਂ ਜਾਣ ਬੜਾ ਹੈਰਾਨ ਅਤੇ ਬੜਾ ਆਪਣੇ ਆਪ ਨਾਲ ਗੁੱਸੇ ਹੁੰਦਾ ਵੀ ਤੂੰ ਕਿਹੋ ਜਿਹੇ ਕਵੀ ਨੂੰ ਕਵਿਤਾ ਬਾਰੇ ਲੈਕਚਰ ਦੇ। ਕਿੰਨੀ ਕੁ ਦੇਰ ਲੈਕਚਰ ਦਿੱਤਾ ਸੀ? ਮੈਂ ਕਹਿੰਦਾ ਕੋਈ 15-20 ਮਿੰਟ। ਫਿਰ ਉਹ ਤੁਰੇ ਜਾਂਦੇ ਰਹੇ, ਤਾਂ ਵੀ ਮੈਂ ਕਰਦੇ ਰਿਹਾ। ਫਿਰ ਉਹ ਕਹਿੰਦਾ ਆਪਾਂ ਇੱਦਾਂ ਕਰਦੇ ਹਾਂ, ਆਪਾਂ ਘਰ ਚੱਲਦੇ। ਤਾਂ ਮੈਨੂੰ ਘਰ ਜਾਣ ਲਈ ਲੈ ਕੇ, ਅਤੇ ਉੱਥੋਂ ਉਹਨੇ ਕਹਿੰਦਾ ਇੱਥੋਂ ਉਹ ਕੀ ਉਹਨੇ ਆਪਣੀ ਉੱਥੋਂ ਫੜ ਲਈ ਕਿ ਕੋਈ ਅਧਿਆ ਪਊਗਾ ਜਾਂ ਫੜ ਲਿਆ, ਅਤੇ ਘਰ ਆ ਗਏ। ਸੋ ਘਰ ਆ ਕੇ ਬੈਠੇ ਰਹੇ, ਖੈਰ ਲੈਕਚਰ ਤਦ ਤੱਕ ਲੈਕਚਰ ਖਤਮ ਹੋ ਗਿਆ ਹੋਣਾ ਮੈਨੂੰ ਲੱਗਦਾ। ਤਾਂ ਫਿਰ ਚਲੋ ਹੋਰ ਗੱਲਾਂ ਚੱਲੀਆਂ, ਸ਼ਿਵ ਨੇ ਆਪਣੀਆਂ ਚੀਜ਼ਾਂ ਵੀ ਸੁਣਾਈਆਂ, ਮੇਰੇ ਕੋਲੋਂ ਸੁਣੀਆਂ, ਔਰ ਉਹਨੇ ਚਿਰ ਨੂੰ ਫਿਰ ਬਾਜਵਾ ਵੀ ਕਿਤੋਂ ਭੁੱਲਿਆ ਭਟਕਿਆ, ਉਹ ਵੀ ਸਾਡੇ ਮਗਰ ਆ ਗਿਆ। ਅਤੇ ਉਹ ਰਾਤ ਮੈਨੂੰ ਯਾਦ ਆ ਵੀ ਅਸੀਂ ਸੋਫਿਆਂ 'ਤੇ ਹੀ ਸੁੱਤੇ ਹਾਂ ਸ਼ਿਵ ਕੁਮਾਰ ਦੇ ਹੋਣਾ ਦੇ ਘਰ। ਸੋ ਅਜਬ ਹੈ ਕਿ ਉਹ ਜਾਣੀ ਹੈ ਤਾਂ ਇੱਦਾਂ ਸੀ ਕਿ ਸਬੱਬੀ ਮੁਲਾਕਾਤਾਂ ਸੀ, ਪਰ ਤਾਂ ਵੀ ਇਹੋ ਬਹੁਤ ਦਿਲ 'ਤੇ। ਉਸ ਦਿਨ ਮੈਨੂੰ ਲੱਗਦਾ ਸ਼ਿਵ ਹੋਣਾ ਤੋਂ ਪਹਿਲਾਂ ਤੁਸੀਂ ਸ਼ਾਇਦ ਅਜਾਇਬ ਚਿੱਤਰਕਾਰ 'ਚ ਕਿਸੇ ਹੋਰ ਨੂੰ ਵੀ ਲੈਕਚਰ ਦਿੱਤਾ। ਉਹ ਸੀਗੇ ਕਿਰਪਾਲ ਸਿੰਘ ਪੇਂਟਰ। ਹਾਂਜੀ। ਸੋ ਉਹਨਾਂ ਨੂੰ ਕਾਹਦੇ ਬਾਰੇ, ਚਿੱਤਰਕਲਾ ਬਾਰੇ ਲੈਕਚਰ? ਹਾਂ, ਉਹਨਾਂ ਨੂੰ ਚਿੱਤਰਕਲਾ ਬਾਰੇ, ਉਹਨਾਂ ਨੂੰ ਜੋ ਸੋਰੀਅਲਿਸਟਿਕ ਪੇਂਟਿੰਗ, ਲਾਲੀ ਦੀਆਂ ਜਿਹੜੀ ਡਾਲੀ ਦੀ ਪੇਂਟਿੰਗ, ਸੋ ਜੋ ਵੀ ਭੂਤਵਾੜੇ ਦਾ ਭੂਤ ਉਦੋਂ ਫਿਰ ਭੂਤ ਬੋਲੇ ਵਿੱਚੋਂ, ਹਾਂ, ਗੋਲੀ ਖਾਣ ਨਾਲ। ਬਿਲਕੁਲ ਭੂਤ ਬੋਲੇ। ਅਤੇ ਆਖਰੀ ਦਿਨਾਂ 'ਚ ਵੀ ਸ਼ਿਵ ਹੋਣਾ ਨੂੰ ਮਿਲਣ ਦਾ ਕੋਈ ਸਬੱਬ ਬਣਿਆ ਜਦੋਂ ਉਹਨਾਂ ਦੀ ਸਿਹਤ ਨਾਸਾਜ਼ ਹੋ ਗਈ ਸੀ ਇੱਕ ਤਰ੍ਹਾਂ ਨਾਲ? ਉਦੋਂ ਮਤਲਬ ਮੈਂ ਜਦੋਂ ਬਿਮਾਰ ਰਿਹਾ ਉਦੋਂ ਨਹੀਂ ਮਿਲ ਸਕਿਆ, ਪਰ ਮੈਨੂੰ ਯਾਦ ਆ ਕਿ ਉਹਨਾਂ ਦਿਨਾਂ 'ਚ ਇੱਕ ਮੁਸ਼ਾਇਰਾ ਸੀ ਉੱਥੇ ਚੰਡੀਗੜ੍ਹ, ਅਤੇ ਪਹਿਲੀ ਵਾਰੀ ਆ ਕਿ ਸ਼ਿਵ ਨੇ ਗਾ ਕੇ ਨਹੀਂ ਪੜ੍ਹਿਆ। ਉਹਨੂੰ ਆਡੀਅנס ਨੇ ਬਹੁਤ ਜ਼ੋਰ ਲਾਇਆ ਕਿ ਅਸੀਂ ਗਾ ਕੇ ਸੁਣਨਾ, ਪਰ ਉਹ ਆਪਣੀ ਜਿੱਦ 'ਤੇ ਪੱਕਾ ਰਿਹਾ, ਉਹਨੇ ਤਹਿਤ 'ਚ ਹੀ ਕਵਿਤਾ ਪੜ੍ਹੀ। ਸੋ ਉਦੋਂ ਉਹਦੀ ਜਿਹੜੀ ਇੱਕ ਤਰ੍ਹਾਂ ਉਹਦੇ ਮਨ ਵਿੱਚ ਕੁੜਤਨ ਜਿੱਦਾਂ ਭਰ ਚੁੱਕੀ ਹੁੰਦੀ ਹੈ ਕੁਛ ਲੋਕਾਂ ਬਾਬਤ, ਕੁਛ ਆਲੋਚਕਾਂ ਦੇ ਬਾਰੇ, ਅਤੇ ਉਹਦੇ ਉਹਨਾਂ ਨੇ ਫਿਰ ਇਹੋ ਜਿਹੀਆਂ ਕਵਿਤਾਵਾਂ ਜਿਹੜੀ ਲੁੱਚੀ ਧਰਤੀ ਨਾ, ਕੁੱਤਿਓ ਭੌਂਕੋ, ਜਿਹੜੀ ਉਹਦੀ ਕਵਿਤਾ ਦਾ ਰੰਗ ਵੀ ਉਦੋਂ ਬਦਲ ਗਿਆ ਸੀਗਾ। ਸੋ ਉਹ ਮੇਰੀ ਇੱਕ ਤਰ੍ਹਾਂ ਆਖਰੀ ਮੁਲਾਕਾਤ ਸੀ ਉਸ ਕਵੀ ਦਰਬਾਰ 'ਚ। ਬਾਅਦ 'ਚ ਮੈਂ ਫਿਰ ਜਦੋਂ ਉਹ ਦੇਹਾਂਤ ਹੁੰਦਾ, ਫਿਰ ਮੈਂ ਜਾਂਦਾ, ਉਹ ਤੋਂ ਬਾਅਦ ਜਾਣੀ ਜਦੋਂ ਦਿਨ ਇੱਕ ਸਮਾਗਮ ਕੀਤਾ ਸੀਗਾ,
ਤੇ ਉਦੋਂ ਸ਼ਿਵ ਕੁਮਾਰ ਦੀ ਗਜ਼ਲ ਉਹਨਾਂ ਲਾਈ ਹੋਈ ਸੀ ਉੱਥੇ, ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਪਰ ਉਹਦੇ ਸ਼ੇਰ ਉਹਨੂੰ ਕੋਈ ਹੋਰ ਦੱਸ ਰਿਹਾ ਸੀਗਾ ਜਿਸ ਰਿਕਾਰਡਿੰਗ 'ਚ ਕਿ ਬਿਰਤੀ ਉਖੜੀ ਹੋਈ ਹਾਂ ਸੀ। ਬਿਰਤੀ ਉਖੜੀ ਸੀ। ਉਹ ਯਾਨੀ ਸ਼ਿਵ ਇੱਕ ਲਾਈਨ ਗਾਉਂਦਾ, ਫਿਰ ਉਹ ਭੁੱਲ ਜਾਂਦਾ, ਫਿਰ ਉਹਨੂੰ ਦੂਸਰਾ ਕਹਿੰਦਾ ਨਾ ਚੰਗ ਛੁੱਟਿਆ ਨਾ ਕੰਨ ਪੱਟ, ਯਾਨੀ ਇੱਦਾਂ ਉਹ ਉਹਨੂੰ ਪ੍ਰੋਂਪਟਿੰਗ 'ਤੇ ਉਹ ਗਾ ਰਿਹਾ ਸੀ। ਤੇ ਪ੍ਰੋਫੈਸਰ ਮੋਹਨ ਸਿੰਘ ਹੁਣਾਂ ਨਾਲ ਕੋਈ ਮੁਲਾਕਾਤਾਂ, ਕਿਸ ਤਰ੍ਹਾਂ ਸਬੱਬ ਬਣਿਆ? ਪ੍ਰੋਫੈਸਰ ਮੋਹਨ ਸਿੰਘ ਨੂੰ ਉਹ ਤਾਂ ਮੈਂ ਜਾਣੀ ਜ਼ਿੰਦਗੀ 'ਚ ਉਹਨਾਂ ਨਾਲ ਬਹੁਤ ਸਾਲ ਬਿਤਾਏ। ਮੈਂ ਜਦੋਂ ਨੌਕਰੀ ਕੀਤੀ PAU, ਤਾਂ ਉਹਨਾਂ ਮੈਨੂੰ ਤਾਂ ਉਹ ਇਹ ਸੀ ਕਿ ਪ੍ਰੋਫੈਸਰ ਮੋਹਨ ਸਿੰਘ ਨੂੰ ਮੈਂ ਦੇਖਣ ਗਿਆ ਜਦੋਂ ਮੈਂ ਕਾਲਜ 'ਚ ਸੀਗਾ। ਅਤੇ ਮੈਂ ਆਪਣੇ ਪਿੰਡੋਂ ਸਾਈਕਲ 'ਤੇ, ਮੇਰੇ ਪਿੰਡੋਂ 13-14 ਕਿਲੋਮੀਟਰ ਆ ਜੀ, ਅਤੇ ਮੈਨੂੰ ਪਤਾ ਸੀਗਾ ਸਾਡੇ ਉਹ ਮੈਗਜ਼ੀਨ ਪੰਜ ਦਰਿਆ ਆਉਂਦੇ, ਉਹਦੇ ਐਡਰੈਸ ਹੁੰਦਾ ਸੀਗਾ। ਅਤੇ ਮੈਂ ਉਸ ਐਡਰੈਸ 'ਤੇ ਮੈਂ ਕਿਹਾ ਚਲੋ ਜਾਂਦੇ ਹਾਂ। ਅਤੇ ਮੈਂ ਜਦੋਂ ਉੱਥੇ ਲਿਖਿਆ ਹੁੰਦਾ ਸੀ ਨਜ਼ਦੀਕ ਕੰਪਨੀ ਬਾਗ, ਮੈਂ ਕੰਪਨੀ ਬਾਗ ਪਹੁੰਚ ਗਿਆ ਅਤੇ ਮੈਂ ਕਿਸੇ ਨੂੰ ਪੁੱਛਿਆ ਵੀ ਉਹਨਾਂ ਦਾ ਘਰ ਦਾ ਪਤਾ, ਅਤੇ ਉਹ ਕਹਿੰਦੇ ਵੀ ਘਰ ਨਹੀਂ ਜਾਣ ਦੀ ਲੋੜ, ਉਹ ਜਿਹੜੇ 4 ਬੰਦੇ ਸ਼ਤਰੰਜ ਖੇਡ ਰਹੇ ਆ ਉਹਨਾਂ 'ਚ ਸੱਜੇ ਪਾਸੇ ਜਿਹੜੇ ਉਹ ਪ੍ਰੋਫੈਸਰ ਮੋਹਨ ਸਿੰਘ ਬੈਠੇ ਆ। ਅਤੇ ਮੈਂ ਖੈਰ ਉੱਥੇ ਫਿਰ ਉਹਨਾਂ ਕੋਲ ਨਹੀਂ ਗਿਆ, ਮੁੜਿਆ, ਪਰ ਦੁਬਾਰਾ ਫਿਰ ਮੈਂ ਇੱਕ ਵਾਰੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਘਰ ਪਹੁੰਚ ਗਿਆ। ਫਿਰ ਉਹਨਾਂ ਮੇਰੇ ਕੋਲੋਂ ਇੱਕ ਮੈਨੂੰ ਕਹਿੰਦੇ ਚੱਲ ਤੂੰ ਲਿਖਦਾ ਹੁੰਦਾ? ਮੈਂ ਕਿਹਾ ਹਾਂਜੀ। ਅਤੇ ਕਹਿੰਦੇ ਸੁਣਾ। ਅਤੇ ਮੈਂ ਇੱਕ ਕਵਿਤਾ ਸੁਣਾਈ ਜਿਹੜੀ ਮੈਂ ਅਜੀਬ ਜਿਹੀ ਕਵਿਤਾ ਸੀ ਉਹ ਵੀ, ਮਤਲਬ ਉਹ ਐਂ ਸੀ ਵੀ ਇੱਕ ਬਦਸੂਰਤ ਕੁੜੀ ਧੁਖ ਰਹੀ ਸ਼ੀਸ਼ੇ ਦੀ ਸਿਖਰ ਦੁਪਹਿਰ ਵਿੱਚ। ਯਾਨੀ ਮੈਂ ਕਿੱਦਾਂ ਲਿਖਿਆ ਸੀ ਵੀ ਉਹ ਜਿਹੜੇ ਬੰਦੇ ਦੇ ਮਨ 'ਚ ਕੰਪਲੈਕਸ ਹੈ ਕਿ ਮੈਂ ਸੋਹਣਾ ਨਹੀਂ ਹਾਂ, ਹੈ ਨਾ, ਜਦੋਂ ਉਹ ਸ਼ੀਸ਼ਾ ਦੇਖਦਾ ਤਾਂ ਉਹਨੂੰ ਕਿੱਦਾਂ ਦੀ ਫੀਲਿੰਗ ਆਉਂਦੀ ਆ, ਇੱਦਾਂ ਦੀ ਪੋਇਮ ਮੇਰੇ ਲਿਖੀ ਸੀ। ਪਰ ਪ੍ਰੈਸ ਨੂੰ ਪੋਇਮ ਉਹ ਕਹਿੰਦੇ ਵੀ ਤੇਰੇ ਕੋਲ ਔਜ਼ਾਰ ਸਾਰੇ ਹੈਗੇ ਕਵਿਤਾ ਦੇ, ਪਰ ਤੂੰ ਵਿਸ਼ੇ ਸਹੀ ਚੁਣਿਆ ਕਰ। ਸੋ ਪਹਿਲੀ ਮੈਨੂੰ ਉਹਨੇ ਸਿੱਖਿਆ ਦਿੱਤੀ। ਫਿਰ ਚਲੋ ਫਿਰ ਤਾਂ ਮੈਂ ਇੱਥੇ ਉਹਨਾਂ ਨਾਲ ਬਹੁਤ ਸਾਲ ਗੁਜ਼ਾਰੇ ਵੀ, ਗੁੱਸੇ ਗਿਲੇ ਵੀ ਹੁੰਦੇ ਰਹੇ। ਮੈਂ ਉਹਨਾਂ ਦਾ ਕਿਉਂਕਿ ਅਸੀਂ ਪੰਜਾਬੀ ਸਾਹਿਤ ਦਾ ਇਤਿਹਾਸ ਲਿਖ ਰਹੇ ਸੀਗੇ, ਜਿਹੜਾ ਕਿ ਕੰਮ ਨਾ ਉਹਨਾਂ ਦੇ ਵੱਸ ਦਾ ਸੀਗਾ ਨਾ ਮੇਰੇ ਵੱਸ ਦਾ ਸੀਗਾ। ਅਤੇ ਹੁਣ ਮੈਂ ਵੈਸੇ ਪਛਤਾਉਂਦਾ ਹੁੰਦਾ ਕਿ ਜੇ ਅਸੀਂ ਕਿਤੇ ਉਦੋਂ ਆਪਣੇ ਰੰਧਾਵਾ ਸਾਹਿਬ ਨੂੰ ਕਹਿ ਦਿੰਦੇ ਕਿ ਤੁਸੀਂ ਇਹਨਾਂ ਕੋਲ ਇਹਦੀ ਜੀਵਨ ਕਥਾ ਲਿਖਾਓ, ਵੀ ਇਤਿਹਾਸ ਲਿਖਾਉਣ ਦੇ ਜਗ੍ਹਾ ਕਹੋ ਕਿ ਜਿੱਦਾਂ ਸਿੱਖੋ ਸਾਹਿਬ ਦਾ ਲਿਖਿਆ ਸਿਮਰਤੀਆਂ ਦਾ ਉਮਰਾਂ ਦਾ ਪੰਧ, ਉਹਨਾਂ ਨੂੰ ਯੂਨੀਵਰਸਿਟੀ ਨੇ ਲਿਖਾਇਆ ਵੀ ਜਿੰਨੇ ਤੁਸੀਂ ਲਫ਼ਜ਼ ਲਿਖੋਗੇ ਤਾਂ ਉਹਦੇ ਹਿਸਾਬ ਨਾਲ ਪੈਸੇ ਦੇਣਗੇ। ਸੋ ਉਹ ਇਸ ਬਹਾਨੇ ਬਹੁਤ ਸ਼ਾਨਦਾਰ ਯਾਨੀ ਦਸਤਾਵੇਜ਼ ਆ ਗਏ। ਅਤੇ ਪ੍ਰੋਫੈਸਰ ਮੋਹਨ ਸਿੰਘ ਕੋਲ ਵੀ ਬਹੁਤ ਸੁਣਾਉਣ ਵਾਲੀਆਂ ਗੱਲਾਂ ਸੀ। ਉਹਨਾਂ ਦੇ ਆਪਣੇ ਪਹਿਲੇ ਵਿਆਹ ਦੀਆਂ, ਬਸੰਤ ਨਾਲ ਜਿਹੜੇ ਵਿਆਹ ਦੀਆਂ ਗੱਲਾਂ ਵੀ ਸੁਣਾਈ ਕਿ ਅਸੀਂ ਕਿੰਨੇ ਛੋਟੇ ਸੀ, ਸਾਨੂੰ ਪਤਾ ਨਹੀਂ ਸੀ ਵੀ ਮਿਲਾਪ ਕੀ ਹੁੰਦਾ, ਕਿੱਦਾਂ ਹੁੰਦਾ। ਅਤੇ ਬਹੁਤ ਉਹਨਾਂ ਦੀ ਦਿਲਚਸਪ ਜੀਵਨ ਕਥਾ ਸੀ। ਪਰ ਇੱਕ ਪਛਤਾਵਾ ਮੇਰੇ ਮਨ 'ਚ ਵੀ ਹੈ ਵੀ ਸ਼ਾਇਦ ਅਸੀਂ ਜੇ ਸੁਝਾ ਦਿੰਦੇ ਤਾਂ ਰੰਧਾਵਾ ਸਾਹਿਬ ਮੰਨ ਜਾਂਦੇ। ਅਤੇ ਇੱਕ ਬਹੁਤ ਉਹਨਾਂ ਨਾਲ ਹੋਰ ਕੋਈ ਇਹੋ ਜਿਹੀ ਘਟਨਾ, ਕੋਈ ਖਾਸ ਦਿਲਚਸਪ ਚੇਤੇ ਹੋ ਰਹੀ ਸੀ ਵੀ ਇੱਕ ਤਾਂ ਉਹ ਸਮਝ ਲਓ ਕਿ ਬਹੁਤ ਮਹਿਫਲ 'ਚ ਬਹੁਤ ਖਿੜਦੇ ਸੀ, ਅਤੇ ਉਹਨਾਂ ਨੂੰ ਮਤਲਬ, ਅਤੇ ਫਿਰ ਮਹਿਫਲ 'ਚ ਕਦੀ ਉਹ ਆਪਣੀ ਕਵਿਤਾ ਨਹੀਂ ਸੁਣਾਉਂਦੇ ਸੀਗੇ। ਹਮੇਸ਼ਾ ਉਹਨਾਂ ਕੋਈ ਪੋਠੋਹਾਰੀ ਲੋਕ ਗੀਤ ਹੈ ਨਾ ਸ਼ੁਰੂ ਕਰ ਲੈਣਾ। ਅਤੇ ਮੈਨੂੰ ਅਜੇ ਤੱਕ ਉਹਨਾਂ ਦਾ ਇੱਕ ਯਾਦ ਆ ਕਿ ਉਹਨਾਂ ਨੇ ਇੱਕ ਗੀਤ ਸੁਣਾਇਆ ਸੀ ਕਿ ਕੰਬਲ ਫਟੇ ਤਾਂ ਟੰਕਾ ਲਾਵਾਂ, ਬੱਦਲ ਫਟੇ ਕਿੰਝ ਸੀਮਾ, ਖਸਮ ਮਰੇ ਤਾਂ ਕਰਾਂ ਗੁਜ਼ਾਰਾ, ਯਾਰ ਮਰੇ ਕਿੰਝ ਜੀਵਾਂ। ਸੋ ਇਸ ਤਰ੍ਹਾਂ ਉਹਨਾਂ ਦਾ ਸੀ। ਯਾਨੀ ਅਤੇ ਉਹਨਾਂ ਦੀ ਜਿਹੜੀ ਸੀਗੀ, ਜਿਸ ਤਰ੍ਹਾਂ ਉਹਨਾਂ ਦੀ ਮੌਤ ਵੀ ਬਹੁਤ ਅਚਾਨਕ ਹੋਈ ਸੀ। ਅਤੇ ਮੈਂ ਜਦੋਂ ਗੁਲਜ਼ਾਰ ਸੰਧੂ ਨੂੰ ਦੱਸਣ ਲੱਗਿਆ ਵੀ ਇੱਦਾਂ ਉਹਨਾਂ ਗੁਜ਼ਰ ਗਿਆ, ਅਤੇ ਗੁਲਜ਼ਾਰ ਸੰਧੂ ਕਹਿਣ ਲੱਗੇ ਵੀ ਗੁਲਜ਼ਾਰ ਸੰਧੂ ਦਾ ਇੱਕ ਡਿਫਰੈਂਟ ਤਰ੍ਹਾਂ ਦਾ ਐਟੀਟਿਊਡ ਹੁੰਦਾ ਕਿ ਉਹ ਕਹਿੰਦਾ ਵੀ ਬਸ ਇਹਨੂੰ ਕਹਿੰਦੇ ਸੰਤਾਂ ਵਰਗੀ ਮੌਤ, ਹੈ ਨਾ ਕਿ ਤੋਂ ਫਿਰ ਬਹੁਤ ਮੁਲਾਕਾਤਾਂ, ਜਿੱਦਾਂ ਮੀਸ਼ਾ, SS ਮੀਸ਼ਾ ਨਾਲ ਜਿਹੜੀਆਂ ਕਾਫੀ ਮੁਲਾਕਾਤਾਂ ਹੋਈਆਂ। ਅਤੇ ਮੀਸ਼ਾ ਬਾਰੇ ਕੋਈ ਘਟਨਾ ਕੋਈ ਸਾਂਝੀ ਕਰਨੀ ਚਾਹੋ? ਮੀਸ਼ਾ ਦਾ ਇੱਦਾਂ ਹੀ ਆ ਕਿ ਮੀਸ਼ਾ ਨਾਲ ਜਿਹੜੀ ਉਹ ਵੀ ਮੇਰੀ ਇੱਦਾਂ ਹੀ ਘਟਨਾ ਹੈ ਕਿ ਮੈਂ ਜਲੰਧਰ ਕਾਫੀ ਹਾਊਸ ਦੇਖਣ ਗਿਆ, ਅਤੇ ਮੈਂ ਆਪਣਾ ਸਾਈਕਲ
ਉੱਥੇ ਪੌੜੀਆਂ ਚੜ੍ਹ ਕੇ ਕਾਫੀ ਹਾਊਸ ਸੀਗਾ। ਜੀ ਮੈਂ ਪੌੜੀਆਂ ਕੋਲ ਸਾਈਕਲ ਖੜਾ ਕਰ ਰਿਹਾ ਤੇ ਮੀਸ਼ਾ ਉੱਥੇ ਆ ਗਿਆ। ਮੀਸ਼ਾ ਮੈਨੂੰ ਪਹਿਲਾਂ ਜਾਣਦਾ ਇੱਦਾਂ ਸੀ ਕਿ ਉਹ ਜੱਜ ਬਣ ਕੇ ਸਾਡੇ ਕਾਲਜ ਬਹੁਤ ਵਾਰੀ ਆਏ ਸੀ। ਆਉਂਦੇ ਸੀ। ਅਤੇ ਮੈਨੂੰ ਫਿਰ ਨਾ ਉਹ ਕਹਿੰਦੇ ਆ ਜਾ ਸਾਈਕਲ ਰੱਖ ਦੇ ਇੱਥੇ ਅਤੇ ਉੱਪਰ ਆ ਜਾ। ਫਿਰ ਮੈਨੂੰ ਇੱਕ ਕੋਨੇ 'ਚ ਪਰੇ ਲੈ ਗਿਆ ਬੈਠ ਕੇ। ਫਿਰ ਮੇਰੇ ਤੋਂ 4-5 ਕਵਿਤਾਵਾਂ ਸੁਣੀਆਂ ਅਤੇ ਮੈਨੂੰ ਕਹਿੰਦੇ ਕਿ ਹੁਣ ਤੂੰ ਮੁੜ ਕੇ ਇੱਥੇ ਨਹੀਂ ਆਉਣਾ, ਅੱਛਾ ਕਾਫੀ ਹਾਊਸ ਨਹੀਂ ਆਉਣਾ, ਵੀ ਇੱਥੇ ਕਹਿੰਦੇ ਕਵੀ ਨਹੀਂ ਬਣਦੇ, ਖਲੀਫੇ ਬਣਦੇ ਆ। ਕਿ ਸੋ ਤੂੰ ਕੀ ਪੜ੍ਹਦਾ ਹੁੰਦਾ? ਮੈਂ ਕਿਹਾ ਜੀ ਮੈਂ ਮੈਗਜ਼ੀਨ ਪੜ੍ਹਦਾ ਹੁੰਦਾ। ਮੈਨੂੰ ਕਹਿੰਦੇ ਨਹੀਂ ਤੂੰ ਕਿਤਾਬਾਂ ਜ਼ਿਆਦਾ ਪੜ੍ਹਿਆ ਕਰ ਨਾ, ਕਿ ਹੀਰ ਬਾਦਸ਼ਾਹ ਪੂਰੀ ਪੜ੍ਹ, ਰਾਮ ਚਰਿਤ ਮਾਨਸ ਪੜ੍ਹ, ਇੱਕ ਦੋ ਕਿਤਾਬ ਮੈਨੂੰ ਹੋਰ ਉਹਨਾਂ ਨੇ ਕਿਹਾ ਕਿ ਵੀ ਆਹ ਪੜ੍ਹ ਤੇ ਇੱਥੇ ਮੁੜ ਕੇ ਨਹੀਂ ਆਉਣਾ। ਕਦੀ ਨਾ ਆਏ। ਅਤੇ ਮੈਂ ਗਿਆ ਵੀ ਨਹੀਂ ਮੁੜ ਕੇ ਫਿਰ। ਸੋ ਉਹ ਵੀ ਮੈਂ ਜਾਣੀ ਮੀਸ਼ੇ ਦੀ ਇੱਕ ਖੂਬਸੂਰਤੀ ਸਮਝਦਾ ਕਿ ਮੈਨੂੰ ਇੱਕ ਇੱਦਾਂ ਦੀ ਸਿੱਖਿਆ ਦਿੱਤੀ, ਕਿਉਂਕਿ ਕਾਫੀ ਦੇ ਬਾਰੇ ਬਹੁਤ ਫਿਰ ਬਾਅਦ 'ਚ ਕੰਟਰੋਵਰਸੀਜ਼, ਕਿੰਨੀਆਂ ਕਵੀਆਂ ਦੀਆਂ ਲੜਾਈਆਂ ਹੋਈਆਂ, ਖਬਰਾਂ ਲੱਗੀਆਂ, ਇੱਦਾਂ ਹੋ ਗਿਆ। ਔਰ ਪਰ ਹੈ ਬੜਾ ਮਾਹੌਲ ਉਹ ਇੱਦਾਂ ਸੀ ਵੀ ਉੱਥੇ ਹਸਰਤ ਬੈਠਾ, ਜਗਤਾਰ ਬੈਠੇ ਆ, ਚੰਦ ਬੈਠਾ, ਉਹ ਵਿਰਕ ਸਾਹਿਬ ਬੈਠੇ, ਕਿ ਇੱਕ ਪੂਰਾ ਸੰਸਾਰ ਕਾਫੀ ਹਾਊਸ 'ਚ ਵਸਿਆ ਹੋਇਆ ਹੁੰਦਾ ਸੀਗਾ। ਤੋ ਪਰ ਫਿਰ ਉਹ ਕਾਫੀ ਹਾਊਸ ਬੰਦ ਹੋ ਗਿਆ, ਉਹ ਕਾਫਲਾ ਵੀ, ਉਹ ਵਕਤ ਵੀ ਚਲੇ ਗਿਆ। ਅਤੇ ਸੋ ਬਾਕੀ ਮੈਨੂੰ ਯਾਦਗਾਰੀ ਜਿਹੜੀ ਮੇਰੀ ਫਿਰ ਬਾਕੀ ਇਹ ਸੀ ਕਿ ਜਿਹੜੀ ਮੈਂ ਮੀਸ਼ਾ ਨਾਲ ਆਖਰੀ ਮੁਲਾਕਾਤ ਜੀ ਇੱਕ ਲੇਖ ਲਿਖਿਆ ਅਤੇ ਮੀਸ਼ਾ ਉਦੋਂ ਸਮਝ ਲਓ ਕਿ ਬਲੂ ਸਟਾਰ ਆਪਰੇਸ਼ਨ ਹੋ ਚੁੱਕਾ ਸੀਗਾ ਜੀ ਅਤੇ ਮੀਸ਼ਾ ਬਹੁਤ ਬਦਲ ਚੁੱਕਾ ਸੀਗਾ ਕਿ ਅੱਗੇ ਹੁਣ ਉਹਨਾਂ ਦਾ ਬਹੁਤ ਉਹ ਸਮਝ ਲਓ ਜ਼ਬਤ 'ਚ ਰਹਿਣ ਵਾਲਾ ਬੰਦਾ, ਬਹੁਤ ਥੋੜ੍ਹੀ ਗੱਲ ਕਰਨ ਵਾਲਾ, ਔਰ ਮੈਂ ਉਹਦੇ ਵਿਦਿਆਰਥੀਆਂ ਵਾਂਗ ਸੀ ਅਤੇ ਇੱਕ ਯਾਨੀ ਫਾਸਲਾ ਰੱਖਣ ਵਾਲਾ ਬੰਦਾ। ਪਰ ਉਦੋਂ ਮੈਨੂੰ ਜਦੋਂ ਮਿਲਿਆ ਅਤੇ ਮੈਨੂੰ ਉਹ ਮੈਂ ਜਾ ਰਿਹਾ ਸੀਗਾ TV ਸੈਂਟਰ, ਮੈਨੂੰ ਕਹਿੰਦੇ ਵੀ ਆ ਜਾ, ਪਹਿਲਾਂ ਰਿਕਸ਼ੇ 'ਤੇ ਮੈਂ ਜਾ ਰਿਹਾ ਸੀ, ਉਹ ਕਾਰ 'ਤੇ ਆਇਆ ਅਤੇ ਮੈਂ ਉਹ 'ਚ ਲਿਖਿਆ ਕਿ ਆਪਣੀ ਮਸ਼ਹੂਰ ਮੀਸ਼ੀਅਨ ਮੁਸਕਰਾਹਟ ਸੀਅਤ ਜਿਹੜੀ ਉਹਦੀ, ਮੈਨੂੰ ਕਹਿਣ ਲੱਗਾ ਵੀ ਤੂੰ ਇਹਨੂੰ ਰਿਕਸ਼ੇ ਨੂੰ ਪੈਸੇ ਦੇ ਦੇ, ਗੱਡੀ 'ਚ ਆਇਆ। ਫਿਰ ਉਹ ਮੈਨੂੰ ਕਹਿੰਦੇ ਘਰ ਚੱਲਦੇ ਆ ਅਤੇ ਅੱਜ ਤੇਰੀ ਰਿਕਾਰਡਿੰਗ ਰੇਡੀ ਕਰਾਂ, ਪਰ ਪਹਿਲੋਂ ਆਪਾਂ ਘਰ ਚੱਲ ਕੇ ਬੀਅਰ ਖੋਲ੍ਹ ਲਈ ਘਰ ਪਹੁੰਚ ਕੇ। ਤਾਂ ਫਿਰ ਉਹ ਮੈਨੂੰ ਇੰਨੀਆਂ ਉਹਨਾਂ ਨੇ ਗੱਲਾਂ, ਖਾਸ ਕਰ ਆਪਣੀ ਜਿਹੜੀ ਉਹਨਾਂ ਦੇ ਕੋਈ ਰਿਸ਼ਤੇ ਸੀਗੇ ਜੀ, ਕਿ ਇੱਦਾਂ ਜਿਵੇਂ ਕੋਈ ਮੈਂ ਲਿਖਿਆ ਵੀ ਜਿਵੇਂ ਬੰਦਾ ਉੱਧੜ ਰਿਹਾ ਹੁੰਦਾ ਨਾ ਜੀ, ਕਿ ਜਾਂ ਆਪਣੀਆਂ ਕੋਈ ਟਰੋਫੀ ਦਿਖਾ ਰਿਹਾ ਹੁੰਦਾ ਕਿ ਮੈਂ ਆਹ ਚੀਜ਼ਾਂ ਜਿੱਤੀਆਂ ਜਿੱਤੀਆਂ ਨਾ, ਤਾਂ ਉਹ ਕਾਫੀ ਸਮਝ ਲਓ ਕਿ ਮੈਨੂੰ ਬਦਲਿਆ ਹੋਇਆ ਹਾਲਾਤ ਲੱਗੀ। ਅਤੇ ਉੱਥੋਂ ਅਸੀਂ ਵਿਛੜ ਗਏ ਵੀ ਅਸੀਂ ਫਰੀਦਕੋਟ ਮੇਲੇ 'ਤੇ ਮਿਲਾਂਗੇ। ਉਹ ਫਰੀਦਕੋਟ 'ਤੇ ਮੇਲੇ 'ਤੇ ਜਿਹੜੀ ਕਿ ਮੀਸ਼ਾ ਨੇ ਕੰਪੇਅਰਿੰਗ ਕਰਨੀ ਸੀ ਉਸ ਪ੍ਰੋਗਰਾਮ ਦੀ। ਸੋ ਜਦੋਂ ਉਹ ਪ੍ਰੋਗਰਾਮ ਚੱਲ ਰਿਹਾ ਸੀ, ਬਡਾਲੀ ਬ੍ਰਦਰ ਗਾ ਰਹੇ ਸੀਗੇ ਅਤੇ ਉਹ ਇੱਕ ਕਵਾਲੀ ਗਾ ਰਹੇ ਸੀਗੇ, ਰਾਂਝੇ ਨਹੀਂ ਸੀ ਰਹਿਣਾ ਹੈ ਨਾ, ਬੇਲੇ ਖੈਰ ਹੋਵੇ, ਮੱਝੀ ਆਈ ਮੇਰਾ ਚਾਕ ਨਹੀਂ ਆਇਆ, ਹੈ ਨਾ ਇੱਦਾਂ। ਅਤੇ ਅਸੀਂ ਮਜ਼ਾਕ ਨਾਲ ਗਾਉਣ ਲੱਗ ਪਏ ਕਿ ਵੀ ਮੀਸ਼ਾ ਨਹੀਂ ਆਇਆ ਬੇਲੇ ਖੈਰ ਹੋਵੇ। ਅਤੇ ਪਰ ਉੱਦਣ ਹੀ ਜਾਣੀ ਉਹ ਇੰਨੀ ਜਿਹੜੀ ਉਹ ਦਰਦ ਭਰੀ ਖਬਰ ਥੋੜ੍ਹੇ ਚਿਰ ਬਾਅਦ ਹੀ ਪਤਾ ਲੱਗਾ ਕਿ ਮੀਸ਼ਾ ਗੁਜ਼ਰ ਗਿਆ। ਤੋ ਜਿਹੜੀ ਉਹ ਕਾਂਜਲੀ 'ਚ ਉਹਨਾਂ ਦੇ ਡੁੱਬ ਕੇ ਜਿਹੜੀ ਉਹਨਾਂ ਦੀ ਮੌਤ ਵਾਲੀ ਕਹਾਣੀ ਸੀ। ਸੋ ਉਹ ਮੇਰੀ ਮੀਸ਼ੇ ਨਾਲ ਮੈਂ ਦੇਖਿਆ ਆਖਰੀ ਮੁਲਾਕਾਤ, ਕਿ ਸਾਨੂੰ ਕਦੀ ਪਤਾ ਨਹੀਂ ਹੁੰਦਾ ਸਾਡੀ ਕਿਹੜੀ ਮੁਲਾਕਾਤ ਕਿਹਦੇ ਨਾਲ ਆਖਰੀ ਹੋਵੇ। ਸੋ ਉਹ ਇੱਕ ਅਜਬ ਕਿਸਮ ਦਾ ਜਿਹੜਾ ਅਨੁਭਵ ਸੀ ਮੇਰੇ ਲਈ। ਸਰ ਕਦੀ ਪਾਸ਼ ਉਹਨਾਂ ਨੂੰ ਵੀ ਮਿਲਣ ਦਾ ਸਬੱਬ ਬਣਿਆ? ਪਾਸ਼ ਨਾਲ ਬਹੁਤ ਮੁਲਾਕਾਤਾਂ ਜਿਸ ਤਰ੍ਹਾਂ ਕਵੀ ਦੌਰਾਨ ਤਾਂ ਹੁੰਦੀਆਂ ਹੀ ਸੀ, ਪਰ ਜਿੱਦਾਂ ਹੁਣ ਮੇਰਾ ਕਮਰਾ ਵੀ ਸੀ, ਉਦੋਂ ਮੈਂ ਅਜੇ ਇੱਦਾਂ ਹੀ ਸੀ, ਅਣਵਿਆਹਿਆ ਹੀ ਸੀਗਾ, ਅਤੇ ਮੇਰੇ ਕਮਰੇ 'ਚ ਮਹਿਫਲਾਂ ਬਹੁਤ ਲੱਗਦੀਆਂ ਸੀ। ਇੱਕ ਤਾਂ ਉਹ ਸੀ ਯੂਨੀਵਰਸਿਟੀ ਦੇ ਗੇਟ ਨੰਬਰ 3 ਦੇ ਬਿਲਕੁਲ ਕੋਲ, ਅਤੇ ਇੱਕ ਪ੍ਰੋਫੈਸਰ ਮੋਹਨ ਸਿੰਘ ਉਹਨਾਂ ਦਾ ਗੁਆਂਢ ਵੀ ਸੀਗਾ। ਸੋ ਚੰਡੀਗੜ੍ਹ ਇੱਥੇ ਲੁਧਿਆਣੇ 'ਚ
ਅੱਛਾ, ਲੁਧਿਆਣੇ ਚ। ਲੁਧਿਆਣੇ ਵਿੱਚ, ਠੀਕ। ਹੈ ਨਾ, ਲੁਧਿਆਣੇ ਗੇਟ ਨੰਬਰ 3 ਯੂਨੀਵਰਸਿਟੀ ਦਾ, ਪੀਏਯੂ ਦਾ ਗੇਟ ਨੰਬਰ 3। ਉੱਥੇ ਮੁਲਾਕਾਤਾਂ, ਉੱਥੇ ਯਾਨੀ ਕਾਫੀ ਮਹਿਫਲਾਂ ਜੁੜਦੀਆਂ। ਅਤੇ ਸੋ ਇੱਕ ਮੁਲਾਕਾਤ ਸਾਡੀ ਜਿਹੜੀ ਮੇਰੇ ਕੋਲ ਆਪਣਾ ਸ਼ਮਸ਼ੇਰ ਸੰਧੂ ਅਤੇ ਪਾਸ਼, ਜੀ ਇਹੋ ਅਕਸਰ ਪਾਸ਼ ਇਕੱਲਾ ਨਹੀਂ ਆਉਂਦਾ ਸੀਗਾ, ਉਹ 3-4 ਉਹਦੇ ਨਾਲ ਜਿਹੜੇ ਉਹਦੇ ਦੋਸਤ ਕਹਿ ਲਓ, ਅਤੇ ਉਹਨਾਂ ਨੇ ਆਉਣਾ, ਹੈ ਨਾ। ਅਤੇ ਉਹ ਇੱਕ ਕਿਸੇ ਕਵਿਤਾ ਬਾਰੇ ਉਹਨੇ ਮੈਨੂੰ ਕਿਹਾ ਵੀ ਇੱਕ ਤੂੰ ਸਤਰ ਪਾਬਲੋ ਨਰੂਦਾ ਦੀ ਤੂੰ ਲਈ ਹੋਈ ਆ ਤੇਰੀ ਕਵਿਤਾ ਦੇ ਵਿੱਚ। ਅੱਛਾ, ਅਤੇ ਫਿਰ ਚਲੋ ਮੈਂ ਪਾਬਲੋ ਨਰੂਦਾ ਦੀ ਮੈਨੂੰ ਮੈਂ ਕਿਤਾਬ ਤਾਂ ਮੇਰੇ ਕੋਲ ਸੀਗੀ, ਹੈ ਨਾ। ਫਿਰ ਉਸ ਯਾਨੀ ਮੈਂ ਕਿਹਾ ਚਲ ਮੈਂ ਪੜ੍ਹੂੰਗਾ ਇਹਨੂੰ ਕੀ ਆ। ਉਹ ਜਿਹੜੀ ਲਾਈਨ ਸੀਗੀ ਕਿ ਨਰੂਦਾ ਦੀ ਲਾਈਨ ਸਿੱਧਾ ਕਿ ਇੱਕ ਸੁਰੰਗ 'ਚੋਂ ਨਾ ਪੰਛੀ ਉੱਡ ਕੇ ਜਾ ਰਿਹਾ, ਅਤੇ ਜਿਹੜੀ ਖਤਾਂ ਦੀ ਉਡੀਕ ਮੇਰੀ ਕਵਿਤਾ ਸੋਚੋ ਨਾ ਵੀ ਤੇਰੇ ਅੰਦਰੋਂ ਪੰਛੀ ਉੱਡ ਉੱਡ ਭਰ ਜਾਊ ਅਸਮਾਨ, ਭਰ ਜਾਊ ਅਸਮਾਨ ਜਾਓ। ਉਹ ਕਹਿੰਦਾ ਕਿ ਤੂੰ ਇਹ ਤਾਂ ਪਾਬਲੋ ਨਰੂਦਾ ਤੋਂ ਲਈ। ਅਤੇ ਮੈਂ ਕਿਹਾ ਨਹੀਂ, ਮਤਲਬ ਅਸਲ 'ਚ ਮੈਂ ਜਿੱਦਾਂ ਦੱਸਾਂ ਮੈਂ ਇਹੋ ਕਿੱਥੋਂ ਲਈ ਆ ਵੀ ਜਿਵੇਂ ਸ਼ਾਇਦ ਕਿਸੇ ਭਗਤ ਕਵੀ ਦੀ ਲਾਈਨ ਆ ਵੀ ਹਾਰਡ ਮਾਸ ਨਾੜੀ ਕਾ ਪਿੰਜਰਾ ਵਿੱਚ ਪੰਖੀ ਬਸੇ ਵਿਚਾਰਾ, ਕਿ ਜਿਹੜਾ ਅਸੀਂ ਇੱਕ ਹੱਡੀਆਂ ਦੇ ਅਤੇ ਮਾਸ ਦੇ ਪਿੰਜਰੇ ਆ, ਉਹਦੇ ਵਿੱਚ ਇੱਕ ਪੰਛੀ ਵਸਦਾ ਜਿਹੜੀ ਕਿ ਰੂਹ ਆ, ਉਡਾਰੀ ਮਾਰ ਜਾਂਦਾ ਉਹ ਜਦੋਂ ਤੁਹਾਡੀ ਮੌਤ ਹੁੰਦੀ। ਮੈਂ ਕਿਹਾ ਮੈਂ ਸਿਰਫ ਪੰਛੀ ਨੂੰ ਮਲਟੀਪਲਾਈ ਕਰਤਾ, ਮੈਂ ਕਿਹਾ ਵੀ ਇੱਕ ਪੰਛੀ ਨਹੀਂ ਹੁੰਦਾ, ਬਹੁਤ ਸਾਰੇ ਹੁੰਦੇ ਆ। ਅਤੇ ਵੀ ਮੈਂ ਤਾਂ ਚਲੋ ਇਸ ਗੱਲ ਸਾਡੀ ਥੋੜ੍ਹੀ ਜਿਹੀ ਤਕਰਾਰ ਹੋਇਆ, ਹੈ ਨਾ। ਤੋ ਪਰ ਇਹ ਸੀਗੇ ਫਿਰ ਉਹਨੇ ਮੈਨੂੰ ਜੇਲ੍ਹ 'ਚੋਂ ਜਦੋਂ ਜੇਲ੍ਹ 'ਚ ਗਿਆ ਤਾਂ ਬਹੁਤ ਲੰਬੀ ਚਿੱਠੀ ਲਿਖੀ, ਜਿਸ 'ਚ ਉਹਨੇ ਮਤਲਬ ਮੇਰੀ ਕਵਿਤਾ ਲਈ ਅੱਛੀਆਂ ਲਾਈਨਾਂ ਵੀ ਲਿਖੀ ਕਿ ਤੂੰ ਸਾਡਾ ਬਹੁਤ ਸਭ ਤੋਂ ਵੱਧ ਅਹਿਸਾਸ ਵਾਲਾ ਕਵੀ ਆ, ਪਰ ਗਜ਼ਲ ਬਾਰੇ ਮੈਂ ਤੇਰੇ ਨਾਲ ਛਿੱਤਰ ਪਤਾਣ ਹੋਣ ਲਈ ਵੀ ਤਿਆਰ ਹਾਂ। ਗਜ਼ਲ ਦੇ ਉਹ ਬਹੁਤ ਜ਼ਿਆਦਾ ਖਿਲਾਫ ਸੀ ਕਿ ਗਜ਼ਲ ਤੁਸੀਂ ਇੱਕ ਮਰਦ ਦੀ ਵਿਦਾ ਦੇ ਮੂੰਹ 'ਚ ਪਾਣੀ ਪਾ ਰਹੇ ਹੋ, ਹੈ ਨਾ। ਅਤੇ ਗਜ਼ਲ ਸੋ ਉਹ ਗਜ਼ਲ ਨੂੰ ਲੈ ਕੇ ਵੀ ਸਾਡੇ ਅਕਸਰ ਬਹਿਸ ਹੁੰਦੀ। ਅਤੇ ਫਿਰ ਉਹ ਮਤਲਬ ਇਹ ਸੀ ਕਿ ਉਹਦੀ ਜਿਹੜੀ ਖੂਬਸੂਰਤੀ ਸੀ ਕਿ ਫਿਰ ਉਹਨੇ ਇੱਥੇ ਉਹ ਜਦੋਂ ਆਪਣੀ ਹੱਤਿਆ ਤੋਂ ਪਹਿਲਾਂ ਵੀ ਇੱਕ ਸ਼ਾਮ ਉਹ ਇੱਥੇ ਮੇਰੇ ਕੋਲ ਸੁਖਚੈਨ ਸੀ, ਅਤੇ ਇੱਥੇ ਉਹ ਆਇਆ। ਅਤੇ ਹਮੇਸ਼ਾ ਉਹ ਕਿਸੇ ਸਮਝ ਲਓ ਕਿ ਕਿਸੇ ਜਿਵੇਂ ਪਹਿਲਾਂ ਕੀਤੀ ਨਾ ਭੂਤਵਾਲ ਵੀ ਕਥਾ 'ਤੇ ਸਵਾਰ ਹੋਣਾ, ਹਮੇਸ਼ਾ ਉਹ ਕਿਸੇ ਬਹੁਤ ਵੱਡੇ ਨਾ ਜਜ਼ਬੇ 'ਚ ਲੀਨ ਹੁੰਦਾ ਸੀ, ਜਾਂ ਉਹ ਬਹੁਤ ਕੋਈ ਚੰਗਾ ਪੜ੍ਹ ਕੇ ਆਇਆ ਹੁੰਦਾ ਸੀ, ਜਾਂ ਉਹ ਕੋਈ ਅੱਛਾ ਲਿਖ ਕੇ ਆਇਆ ਹੁੰਦਾ ਸੀ। ਅਤੇ ਸੋ ਪਾਸ਼ ਨਾਲ ਮੈਂ ਇੱਕ ਵਾਰੀ ਮੈਂ ਅਤੇ ਅਮਿਤੋਜ ਤਿੰਨੇ ਜਾਣੇ ਇਹ ਮੈਨੂੰ ਕਹਿੰਦੇ ਕਿ ਆਪਾਂ ਛਪਾਰ ਦੇ ਮੇਲੇ ਜਾਣਾ ਅਤੇ ਤੂੰ ਤਿਆਰ ਰਹੀ। ਇਹੋ ਦੋਨੋਂ ਮੋਟਰਸਾਈਕਲ 'ਤੇ ਜਿਹਦੀਆਂ ਲਾਈਟਾਂ ਵੀ ਨਹੀਂ ਸੀਗੀਆਂ ਮੇਰੇ ਕੋਲ ਪਹੁੰਚੇ, ਮੈਂ ਵੀ ਯਾਨੀ ਪਿੱਛੇ ਬੈਠ ਗਿਆ, ਅਸੀਂ ਤਿੰਨੇ ਉਸ ਮੋਟਰਸਾਈਕਲ 'ਤੇ ਛਪਾਰ ਦਾ ਮੇਲਾ ਦੇਖਣ ਗਏ। ਸੋ ਹੁਣ ਮੈਂ ਅਜੇ ਯਾਦ ਕਰਦਾ ਵੀ ਉਹ ਵੀ ਯਾਨੀ ਕਿਆ ਮੂਮੈਂਟ ਸੀ ਕਿ ਉਸ ਵੇਲੇ ਜਿਹੜੇ 3 ਪੋਇਟ ਸੀਗੇ ਉਸ ਵੇਲੇ ਜਿਹੜੇ ਯਾਨੀ ਪੋਇਟਸ ਉਹ ਇੰਨੇ ਨੇੜੇ ਵੀ ਸੀ ਇੱਕ ਦੂਜੇ ਦੇ, ਪਿਆਰ ਕਰਦੇ ਸੀ। ਔਰ ਜਿੱਦਾਂ ਕਿ ਇੱਕ ਦੌਰ ਸੀਗਾ, ਹੈ ਨਾ। ਹੁਣ ਜਦੋਂ ਉਹਨੂੰ ਯਾਦ ਕਰਦਾ ਕਿ ਉਹ ਵਿਦਾ ਹੋ ਗਏ ਤਾਂ ਮੈਂ ਇੱਕ ਬਹੁਤ ਮਹਿਸੂਸ ਕਰਦਾ ਕਿ ਉਹ ਬਹੁਤ ਜਲਦੀ ਵਿਦਾ ਹੋ ਗਏ, ਕਿ ਅਜੇ ਬਹੁਤ ਅਣਲਿਖੀਆਂ ਕਵਿਤਾਵਾਂ ਵੀ ਉਹਨਾਂ ਨਾਲ ਵਿਦਾ ਹੋ ਗਈਆਂ। ਬਿਲਕੁਲ। ਅਤੇ ਕੁਲਵੰਤ ਸਿੰਘ ਵਿਰਕ ਹੋਣਾ ਨਾਲ ਕੁਛ ਆਪਣੀਆਂ ਯਾਦਾਂ ਸਾਂਝੀਆਂ ਕਰੋ। ਵਿਰਕ ਸਾਹਿਬ ਬਹੁਤ ਕਮਾਲ ਦੇ ਬੰਦੇ ਸੀਗੇ, ਬਹੁਤ ਯਾਨੀ ਉਹ ਜਿਵੇਂ ਉਹਦੀ ਕਹਾਣੀ ਆ ਨਾ ਕਿ ਬਹੁਤ ਸੰਖੇਪ ਅਤੇ ਤਿੱਖੀਆਂ ਅਤੇ ਕ੍ਰਿਸਪ। ਸੋ ਇੱਦਾਂ ਹੀ ਉਹਨਾਂ ਦੀ ਗੱਲਬਾਤ ਹੁੰਦੀ ਸੀਗੀ, ਇੱਦਾਂ ਹੀ ਉਹਨਾਂ ਦੇ ਸ਼ਬਦ ਹੁੰਦੇ ਸੀਗੇ। ਅਤੇ ਉਹਨਾਂ ਨੇ ਕਹਿਣਾ ਵੀ ਜਦੋਂ ਮੈਂ ਚਾਹੁੰਦਾ ਵੀ ਮੈਂ ਲਿਖਦਾ, ਜਦੋਂ ਮੈਨੂੰ ਕੋਈ ਲੱਭੇ ਨਾ ਐਕਸਪ੍ਰੈਸ਼ਨ ਨਾ ਲੱਭੇ, ਮੈਂ ਕਹਿਣਾ ਸੋਚਦਾ ਕਿ ਇਸ ਗੱਲ ਨੂੰ ਮੇਰਾ
ਬਾਪੂ ਕਿੱਦਾਂ ਕਹਿੰਦਾ ਹਨਾ। ਜੀ ਤੇ ਕਹਿੰਦਾ ਫਿਰ ਮੈਨੂੰ ਪੰਜਾਬੀ ਸਹੀ ਆਉਂਦੀ ਹੈ ਜਦੋਂ ਮੈਂ ਇਹ ਸੋਚਦਾ ਕਿ ਮੇਰੇ ਬਾਪੂ ਨੇ ਇਸ ਗੱਲ ਨੂੰ ਕਿੱਦਾਂ ਕਹਿਣਾ ਸੀ। ਤੇ ਮੈਨੂੰ ਉਹਨਾਂ ਦਾ ਯਾਦ ਆ ਕਿ ਜਿਹੜੀ ਇੱਕ ਵਾਰੀ ਕੋਈ ਬਾਹਰੋਂ ਆਇਆ ਪਰਦੇਸੀ, ਤੇ ਉਹ ਸਾਰੇ ਕਵੀਆਂ ਨੂੰ ਨਾ ਗੁਲਮੋਹਰ ਹੋਟਲ 'ਚ ਲੈ ਗਿਆ ਤੇ ਬਹੁਤ ਉਹਨੇ ਕਵੀਆਂ ਦੀ ਸੇਵਾ ਕੀਤੀ। ਉਹਨੂੰ ਯਾਨੀ 30-35 ਜਾਣੇ ਇੱਦਾਂ ਇੱਕ ਗੋਲ ਕਤਾਰਾ ਲੌਨ 'ਚ ਬੈਠੇ ਆ, ਉੱਥੇ ਉਹਨਾਂ ਨੂੰ ਸਰਵ ਹੋ ਰਿਹਾ ਜੋ ਵੀ ਕਿਸੇ ਨੂੰ ਚਾਹੀਦਾ, ਕਿਸੇ ਉਹ ਸਾਰਿਆਂ ਨੂੰ। ਤੇ ਆਪਣੇ ਕਹਿਣ ਲੱਗੇ, ਵਿਰਕ ਸਾਹਿਬ ਕਹਿਣ ਲੱਗੇ ਅੱਜ ਤਾਂ ਉਹ ਗੱਲ ਹੋਈ ਵੀ ਮੇਰੇ ਪੁੱਤ ਦਾ ਬਾਗ ਵੀਰਾਨ ਹੋਇਆ, ਆਇਆ ਕਰਨ ਹੈ ਫੇਰ ਆਬਾਦ ਕੋਈ। ਤੇ ਮੈਂ ਕਿਹਾ ਜੀ ਹੈਰਾਨੀ ਦੀ ਗੱਲ ਹੈ, ਤੁਹਾਨੂੰ ਪੋਇਟਰੀ ਯਾਦ ਹੈ? ਕਹਿੰਦੇ ਕੋਈ ਲਿਖੇ ਤਾਂ ਸਹੀ, ਮੈਨੂੰ ਯਾਦ ਤਾਂ ਹੋ ਜਾਂਦੀ ਹੈ। ਕਿਆ ਬਾਤ ਹੈ। ਤੇ ਫਿਰ ਜਿਹੜੀ ਮੈਂ ਆਪਣੇ ਲਈ ਮਾਣ ਵਾਲੀ ਗੱਲ ਇਹਨਾਂ ਹੁੰਦਾ ਕਿ ਵੀ ਉਹਨਾਂ ਨੂੰ ਇੱਕ ਸ਼ੇਰ ਮੇਰਾ ਯਾਦ ਸੀ, ਤੇ ਉਹ ਸ਼ੇਰ ਸੀਗਾ ਕਿ ਬਦਨ ਦੀ ਪਰਤ ਹੀ ਪਾਸੇ ਨਾ ਹੋਈ, ਮੈਂ ਤੈਨੂੰ ਦੇਖਣਾ ਸੀ ਕੋਲ ਹੋ ਕੇ। ਤੇ ਸੋ ਮੈਂ ਉਹਨਾਂ ਦੀ ਇਸ ਗੱਲ ਨੂੰ ਬਹੁਤ ਯਾਦ ਕਰਦਾ ਤੇ ਖੁਸ਼ ਹੋ ਲੈਂਦਾ ਕਿ ਇੱਕ ਏਡੇ ਕਹਾਣੀਕਾਰ ਨੂੰ ਮੇਰਾ ਇੱਕ ਸ਼ੇਰ। ਇੱਕ ਬੜੀ ਤੁਸੀਂ ਉਹ ਘਟਨਾ ਦੱਸਦੇ ਹੁੰਦੇ ਸੀਗੇ ਕਿ ਜਲੰਧਰ ਜਾਣਾ ਸੀ ਤੁਸੀਂ। ਹਾਂ ਉਹ ਉਹਨਾਂ ਦੀ ਭਾਸ਼ਾ ਕਿ ਉਹ ਉਹਨਾਂ ਦੀ ਮੈਨੂੰ ਕਹਿੰਦੇ ਮੈਨੂੰ ਮਿਲੇ ਰਾਤ PAU 'ਚ ਮਿਲੇ, ਮੈਂ ਕਿਸੇ ਹਾਲ 'ਚ ਕੋਈ ਫੰਕਸ਼ਨ ਸੀਗਾ, ਤੇ ਕਹਿੰਦੇ ਕੀ ਪ੍ਰੋਗਰਾਮ ਆ? ਤੇ ਮੈਂ ਕਿਹਾ ਮੈਂ ਤਾਂ ਜਲੰਧਰ ਜਾਣਾ। ਕਹਿੰਦੇ ਮੈਂ ਵੀ ਜਲੰਧਰ ਜਾਣਾ ਤੇ ਤੂੰ ਉੱਥੇ ਆ ਜੀ, ਮੇਰੇ ਆਫਿਸ ਆ ਜੀ। ਤੇ ਮੈਂ ਆਫਿਸ ਆਇਆ ਤੇ ਤੁਰ ਪਏ ਉੱਠ ਕੇ ਆਫਿਸ 'ਚੋਂ ਕੁਛ ਨੂੰ ਕਹਿੰਦੇ ਚੱਲ ਚੱਲੀਏ। ਤੇ ਡਰਾਈਵਰ ਬਲਵੀਰ ਨੂੰ ਕਹਿੰਦੇ ਗੱਡੀ ਕੱਢ ਲਿਆ। ਤੇ ਜਦੋਂ ਉਹ ਗੱਡੀ ਕੱਢ ਕੇ ਲਿਆਇਆ ਤੇ ਕਹਿੰਦੇ ਬੈਠ ਜਾ ਹੈ ਨਾ, ਇੱਧਰ ਮੈਂ ਬੈਠ ਗਿਆ। ਜੋ ਗੱਡੀ ਚਲਾਈ ਨੂੰ ਕਹਿੰਦਾ ਉਹ ਜਲੰਧਰ ਵਾਲਾ ਮੂੰਹ ਨਾ ਬਣਾ ਕੇ ਬੈਠ ਜਾਈ, ਇਹ ਆਪਾਂ ਨੂੰ ਬੱਸ 'ਚ ਰੌਣ ਚੱਲਿਆ। ਹੁਣ ਮਤਲਬ ਮੂੰਹ ਬਣਾ ਕੇ ਬਹਿਣਾ ਬੜੀ ਚਿਰਾਂ ਬਾਅਦ, ਯਾਨੀ ਇੱਕ ਮੈਂ ਉਹ ਮੁਹਾਵਰਾ ਸੁਣਿਆ ਸੀ। ਤੇ ਉਹਨਾਂ ਦੀ ਵਿੱਤ ਤੇ ਉਹਨਾਂ ਦੀ ਸਮਝੋ ਇੱਕ ਮਜ਼ਾਕ ਵਾਲਾ ਜਿਹੜਾ ਸੁਭਾਅ ਸੀ। ਸੋ ਮੈਂ ਕਿਹਾ ਵੀ ਮੈਨੂੰ ਜਲੰਧਰ ਕਾਰ 'ਚ ਜਾਣ ਨਾਲੋਂ ਉਹਨਾਂ ਦੇ ਫਿਕਰੇ ਦਾ ਵੱਧ ਸਵਾਦ ਆ ਗਿਆ। ਇੱਦਾਂ ਹੀ ਮੈਨੂੰ ਯਾਦ ਹੈ ਕਿ ਇੱਕ ਵਾਰੀ ਅਸੀਂ PAU ਦੇ ਗੇਟ 'ਤੇ ਖੜ੍ਹੇ, ਐਤਵਾਰ ਸੀਗਾ, ਗੁਰਬਚਨ ਮੇਰੇ ਕੋਲ ਗੁਰਬਚਨ ਆਇਆ ਸੀਗਾ, ਤਾਂ ਅਸੀਂ ਦੋਵੇਂ ਉੱਥੇ ਖੜ੍ਹੇ ਹਾਂ। ਅਤੇ ਇੱਕ ਸਾਡੇ ਕੋਲ ਆਟੋ ਰਿਕਸ਼ਾ ਰੁਕਿਆ ਜੀ, ਉਹ 'ਚੋਂ ਵਿਰਕ ਸਾਹਿਬ ਨਿਕਲੇ। ਅਸੀਂ ਕਿਹਾ ਜੀ ਤੁਸੀਂ ਕਿੱਧਰ ਫਿਰਦੇ ਹੋ? ਕਹਿੰਦੇ ਮੈਂ ਜਲੰਧਰ ਚੱਲਿਆ ਸੀ ਪ੍ਰੇਮ ਪ੍ਰਕਾਸ਼ ਨਾਲ ਗੱਲਾਂ ਕਰਨ, ਹੁਣ ਕੀ ਜਾਣ ਦੀ ਲੋੜ ਆ, ਹੁਣ ਕਹਿੰਦੇ ਤੁਸੀਂ ਮਿਲ ਗਏ, ਤੁਸੀਂ ਇੱਥੇ ਮਿਲ। ਅਤੇ ਫਿਰ ਸਾਨੂੰ ਮਤਲਬ ਉੱਥੋਂ ਲੈ ਕੇ ਰੈਸਟੋਰੈਂਟ 'ਚ ਬੈਠ ਕੇ, ਔਰ ਪੂਰਾ ਦਿਨ ਯਾਨੀ ਉੱਥੇ ਧੁੱਪ ਜੀ ਸੀ, ਪਹਿਲਾਂ ਧੁੱਪੇ ਬੈਠੇ ਰਹੇ ਅਤੇ ਪੂਰਾ ਦਿਨ ਗੱਲਾਂ ਕਰਨ ਦੇ, ਉਹ ਸੋਹਣੀਆਂ ਗੱਲਾਂ ਕਰਨ ਦੇ, ਸੁਣਨ ਦੇ ਬਹੁਤ ਸ਼ੌਕੀਨ ਸੀ। ਔਰ ਬੰਦਿਆਂ ਨੂੰ ਉਹ ਜਾਣੀ ਸਮਝ ਲਓ ਇੱਕ ਵਾਕ 'ਚ ਬੰਨ੍ਹ ਦਿੰਦੇ ਸੀ। ਮੈਂ ਇੱਕ ਫਿਕਰਾ ਹੋਰ ਕੋਟ ਕੀਤਾ ਕਿ ਉਹਨਾਂ ਨੇ ਉਹ ਦੋ ਸ਼ਖਸੀਅਤਾਂ ਬਾਰੇ ਗੱਲ ਕਰ ਰਹੇ ਸੀਗੇ ਕਿ ਇੱਕ ਵਾਰ ਉਹਨੇ ਕਿਹਾ ਵੀ ਉਹ ਤਾਂ ਇਨਾਮ ਲੈਣ ਲਈ ਕੁਛ ਵੀ ਕਰ ਸਕਦਾ ਹੈ ਨਾ, ਅਤੇ ਨਿਰੂਪਮਾ ਲਈ ਉਹਨਾਂ ਨੇ ਬੜਾ ਸੋਹਣਾ ਫਿਕਰਾ ਇੰਗਲਿਸ਼ 'ਚ ਬੋਲਿਆ ਸੀਗਾ ਕਿ ਸ਼ੀ ਇਜ਼ ਸਟਿਲ ਕੈਪੇਬਲ ਆਫ ਬੀਇੰਗ ਡਿਸੀਵਡ, ਵੀ ਅਜੇ ਵੀ ਉਹ ਇੰਨੀ ਭੋਲੀ ਇਨੋਸੈਂਟ ਆ ਹੈ ਨਾ। ਅਤੇ ਇਹਨੂੰ ਨਾ ਵੀ ਕੈਪੇਬਿਲਿਟੀ ਹੈ, ਇਹ ਕੋਈ ਔਗਣ ਨਹੀਂ ਹੁੰਦਾ, ਦਿਸ ਅ ਕੈਪੇਬਿਲਿਟੀ। ਹਾਂ ਕਿ ਇੱਦਾਂ ਲੈਂਗੁਏਜ ਯਾਨੀ ਹੁਣ ਇੱਕ ਫਿਕਰੇ 'ਚ ਉਹਨਾਂ ਨੇ ਸ਼ੀ ਇਜ਼ ਸਟਿਲ ਕੈਪੇਬਲ ਆਫ ਬੀਇੰਗ ਡਿਸੀਵਡ, ਕਿ ਸੋ ਇੱਕ ਫਿਕਰੇ 'ਚ ਉਹਨਾਂ ਪੂਰੀ ਸ਼ਖਸੀਅਤ ਔਰ ਆਪਣਾ ਪੂਰਾ ਓਪੀਨੀਅਨ ਵੀ ਕਹਿ ਦਿੱਤਾ। ਅਤੇ ਡਾਕਟਰ ਹਰਭਜਨ ਸਿੰਘ ਹੋਣਾ ਬਾਰੇ ਕੋਈ ਗੱਲਾਂ ਸੁਣਾਓ। ਹਾਂ, ਡਾਕਟਰ ਹਰਭਜਨ ਸਿੰਘ ਹੋਣਾ ਦੀ ਜਿੱਦਾਂ ਯਾਨੀ ਵਿਰਕ ਸਾਹਿਬ ਦੀ ਸੋਹਬਤ ਵੀ ਬੜੀ ਕਮਾਲ ਦੀ, ਇੱਦਾਂ ਹੀ ਹਰਭਜਨ ਸਿੰਘ ਹੋਣਾ ਦੀ ਵੀ ਜੋ ਸੋਹਬਤ ਹੈ ਉਹ ਕਮਾਲ ਹੁੰਦੀ ਸੀਗੀ। ਸੋ ਮੈਨੂੰ ਉਹ ਪਹਿਲੀ ਵਾਰੀ ਅਸੀਂ ਯੂਨੀਵਰਸਿਟੀ 'ਚ ਮਿਲੇ ਹਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ, ਅਤੇ ਮੈਨੂੰ ਉਹਨਾਂ ਨੂੰ ਵੀ ਇੱਕ ਮੇਰੀ ਸਤਰ ਯਾਨੀ ਕੋਈ ਜਿਹੜੀ ਮੈਨੂੰ ਬਹੁਤ ਲੱਗੀ, ਉਹਨਾਂ ਨੂੰ ਇੱਕ ਸਤਰ ਮੇਰੀ ਇੱਕ ਕਵਿਤਾ ਸੁਣਾਈ। ਮੇਰੀ ਕਵਿਤਾ ਹੁੰਦੀ ਸੀ, ਉਹ 'ਚ ਕਵਿਤਾ ਹੁੰਦੀ ਸੀ ਕਿ ਤੇਰੇ ਮੁੱਖ 'ਤੇ ਨਹੀਂ ਹੈ ਦਾਗ ਵੀ ਕੋਈ ਕਿ ਛਾਵੇਂ ਬੈਠ ਜਾਵਾਂ।
ਇਹ ਲਾਈਨ ਉਹਨਾਂ ਨੂੰ ਮੈਂ ਜਾਣੀ ਉਹਨਾਂ ਮੈਨੂੰ ਹੈਰਾਨ ਕਰਤਾ ਕਿ ਤੇ ਮੈਂ ਬਹੁਤ ਵੱਡਾ ਉਹਨਾਂ ਦਾ ਪ੍ਰਸ਼ੰਸਕ, ਅਤੇ ਸੋ ਮੇਰੇ ਲਈ ਉਹ ਬਹੁਤ ਵੱਡੀ ਗੱਲ ਸੀ। ਦੂਜੀ ਇਹ ਸੀ ਕਿ ਜਿਹੜੇ ਯਾਨੀ ਡਾਕਟਰ ਹਰਭਜਨ ਸਿੰਘ ਬਾਰੇ ਮੈਂ ਲਿਖਿਆ ਵੀ ਇੱਦਾਂ ਕਿ ਉਹਦੀ ਕਵਿਤਾ ਨੂੰ ਜਿਹੜਾ ਕਵੀ ਦਰਬਾਰ 'ਚ ਵੀ ਲੋਕ ਇੱਕ ਜਿਹੜੇ ਖਾਸ ਤਰ ਕਵਿਤਾ ਦੇ ਜਿਹੜੇ ਆਸ਼ਿਕ ਉਹ ਇੱਕ ਕਰਾਮਾਤ ਵਾਂਗ ਹੀ ਉਡੀਕਦੇ ਸੀਗੇ। ਕਿ ਮੈਨੂੰ ਯਾਦ ਹੈ ਕਿ ਜਦੋਂ ਉਹਨੇ ਗੁਰੂ ਨਾਨਕ ਸਾਹਿਬ ਬਾਰੇ ਕਵਿਤਾ ਪੜ੍ਹੀ ਜਾਂ ਗੁਰੂ ਗੋਬਿੰਦ ਸਿੰਘ ਹੋਣਾ ਬਾਰੇ, ਜਿਹੜਾ ਉਦੋਂ ਹਾਜ਼ਰ ਸਾਂ ਮੈਂ ਤੇਰੇ ਹੱਥ ਵਿੱਚ ਜਦੋਂ ਤਲਵਾਰ, ਤੋਂ ਇੱਕ ਦਿਨ ਲੱਗਦਾ ਵੀ ਕੋਈ ਕਿਸੇ ਨਾਟਕ ਦਾ ਐਕਟਰ ਹੈ ਨਾ, ਜਿਹੜਾ ਕਾਵਿ ਨਾਟ ਦਾ ਜਿਹੜਾ ਕਿ ਤੁਹਾਡੇ ਸਾਹਮਣੇ ਆ ਗਿਆ। ਸੋ ਉਹਨਾਂ ਨਾਲ ਬਹੁਤ ਮੁਲਾਕਾਤਾਂ। ਇੱਕ ਮੁਲਾਕਾਤ ਜਿਹੜੀ ਬਹੁਤ ਯਾਦਗਾਰੀ ਸੀ, ਜਗਜੀਤ ਸਿੰਘ ਛਾਬੜਾ ਹੁੰਦੇ ਸੀਗੇ ਜਲੰਧਰ ਜੀ। ਇੱਕ ਉਹਨਾਂ ਨੇ ਮੈਗਜ਼ੀਨ ਵੀ ਬੜਾ ਮਸ਼ਹੂਰ ਮੈਗਜ਼ੀਨ ਸੀਗਾ, ਸ਼ਾਇਦ ਸੁਚੇਤਨਾ ਜਾਂ ਇੱਦਾਂ ਦਾ ਕੋਈ ਮੈਨੂੰ ਨਾਮ ਭੁੱਲ ਰਿਹਾ। ਅਤੇ ਮੈਨੂੰ ਕਹਿੰਦੇ, ਅਸੀਂ ਉਦੋਂ ਉੱਥੇ ਵੀ ਇੱਦਾਂ ਰਾਤ ਨੂੰ ਬੈਠੇ ਸੀਗੇ, ਕਹਿੰਦੇ ਚੱਲ ਹੁਣ ਇੱਕ ਚੀਜ਼ ਤੂੰ ਗਾਇਆ ਕਰੇਂਗਾ। ਉਹਨਾਂ ਨੇ ਉਸ ਦਿਨ ਗਾਇਆ ਬਹੁਤ, ਅਤੇ ਕਹਿੰਦੇ ਇੱਕ ਤੂੰ ਗਾਇਆ ਕਰੇਂਗਾ, ਇੱਕ ਮੈਂ ਗਾਇਆ ਕਰੂੰਗਾ। ਮਤਲਬ ਇੰਨੀ ਜਾਨੀ ਸਮਝ ਲਓ ਵੀ ਇਹਨਾਂ ਪਿਆਰ ਦੇਣਾ ਹੈ ਨਾ, ਕਿ ਇਹ ਨਹੀਂ ਕਿ ਮੈਂ ਸੁਣਾਊਂਗਾ ਹੈ ਨਾ ਇੱਦਾਂ, ਜਾਂ ਤੂੰ ਸੁਣਾ ਔਰ ਫਿਰ ਮੈਂ। ਪਰ ਕਹਿੰਦੇ ਅੱਜ ਆਪਾਂ ਇੱਦਾਂ ਦੀ ਪਰਫੋਰਮੈਂਸ ਦਿੰਦੇ ਹਾਂ ਵੀ ਇੱਕ ਤੂੰ ਬਾਹਰ ਹੀ, ਬਲਕਿ ਕਾਰ ਦੇ ਕੋਲ ਦੇ ਬਾਹਰ ਕਾਰ ਹੈ ਅਤੇ ਇੱਦਾਂ ਖੜ੍ਹੇ, ਪਤਾ ਨਹੀਂ ਵਿਛੜਨ ਲੱਗੀਆਂ ਕੋਈ, ਅਤੇ ਉੱਥੇ ਉਹਨਾਂ ਨੇ ਜਾਨੀ ਉਹ ਸ਼ੁਰੂ ਕਰ ਮਹਿਫਲ ਜਮਾਤੀ ਕਿ ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜਾ ਤਬੀਅਤ, ਦੀਵਾਨਗੀ ਵੀ ਅਤੇ ਦਾਨਾਪਨ ਤਾਂ ਹੈ ਹੀ ਸੀਗਾ ਬਹੁਤ। ਤੁਸੀਂ ਆਪਣੀ ਕਿਤਾਬ ਦਾ ਨਾਮ ਵੀ ਸੂਰਜ ਮੰਦਰ ਹਾਂ, ਸੂਰਜ ਮੈਂ ਪੜ੍ਹਿਆ। ਹਾਂ, ਉਹ ਦੂਸਰੀ ਗੱਲ ਹੈ ਕਿ ਮੈਨੂੰ ਜਿਹੜੀ ਮੇਰੇ ਸਭ ਤੋਂ ਲੰਬੀ ਮੁਲਾਕਾਤ ਹੋਈ ਉਹ ਉੜੀਸਾ ਹੋਈ, ਕਿਉਂਕਿ ਉੜੀਸਾ ਅਸੀਂ ਬਹੁਤ ਸਾਰੇ ਰਾਈਟਰ ਸਾਨੂੰ ਉਹਨੂੰ ਬੁਲਾਇਆ ਹੋਇਆ ਸੀਗਾ। ਜਸਵੰਤ ਸਿੰਘ ਨੇਕੀ ਸੀ, ਸੰਤੋਖ ਸਿੰਘ ਧੀਰ, ਮਨਜੀਤ ਟਿਵਾਣਾ, ਡਾਕਟਰ ਹਰਭਜਨ ਸਿੰਘ, ਨਿਰਪਿੰਦਰ ਰਤਨ, ਅਤੇ ਇਹ ਮੈਨੂੰ ਡਾਕਟਰ ਹਰਭਜਨ ਸਿੰਘ ਫਿਰ ਅਸੀਂ ਅਕਸਰ ਮਿਲਦੇ ਸੀ। ਉਹਦੇ ਰਾਜ ਭਵਨ 'ਚ ਸਾਨੂੰ ਉਹਨਾਂ ਨੇ ਠਹਿਰਾਇਆ ਹੋਇਆ ਸੀ, ਅਤੇ ਉੱਥੇ ਅਸੀਂ ਸੂਰਜ ਮੰਦਰ ਦੇਖਣ ਗਏ ਅਤੇ ਹਰਭਜਨ ਸਿੰਘ ਹੋਣੀ ਮੇਰੇ ਨਾਲ ਸੀ। ਮੈਨੂੰ ਕਹਿੰਦੇ ਆ ਜਾ ਇੱਥੇ ਪੌੜੀਆਂ 'ਤੇ ਬੈਠ ਕੇ ਨਾ ਫੋਟੋ ਖਿਚਾਈਏ। ਅੱਛਾ। ਉਹ ਫੋਟੋ ਜਾਣੀ ਉੱਥੇ ਖਿੱਚ ਕੇ ਤੁਹਾਨੂੰ ਜਿਹੜੇ ਪ੍ਰੋਫੈਸ਼ਨਲ ਹੁੰਦੇ ਨਾ ਫੋਟੋਗ੍ਰਾਫਰ ਤੁਰੇ ਫਿਰਦੇ ਹੁੰਦੇ, ਅਤੇ ਉਹ ਫਿਰ ਬੈਠ ਕੇ ਉੱਥੇ ਮੈਨੂੰ ਕਹਿੰਦੇ ਵੀ ਮੈਂ ਕਿਤਾਬਾਂ ਦੀ ਲੜੀ ਸ਼ੁਰੂ ਕਰ ਰਿਹਾ, ਮੇਰੀ ਪਸੰਦ, ਕਿ ਉਹ 'ਚ ਮੈਂ ਕਿਸੇ ਦੀਆਂ ਕਵਿਤਾਵਾਂ ਲੈ ਕੇ ਇੱਕ ਬੰਦੇ ਦੀਆਂ ਜਾਂ ਕਹਾਣੀਆਂ, ਬਸ ਮੈਂ ਉਹਨਾਂ ਨੂੰ ਐਡ ਕਰਦਾ ਅਤੇ ਮੈਂ ਉਹਦੇ 'ਚ ਥੋੜ੍ਹਾ ਸ਼ੁਰੂ 'ਚ 10-15 ਸਫ਼ੇ ਲਿਖ, ਅਤੇ ਕਹਿੰਦੇ ਮੈਂ ਉਹ ਬਣਾਊਂਗਾ ਇੱਦਾਂ ਦੀ। ਅੱਛਾ, ਫਿਰ ਮੈਨੂੰ ਯਾਨੀ ਜਿਹੜੀ ਬਹੁਤ ਖੂਬਸੂਰਤ ਗੱਲ ਸੀ ਵੀ ਉਹ ਮੈਨੂੰ ਜਿਹੜੀ ਉਹਨਾਂ ਨੇ ਕਹਿੰਦੇ ਮੈਂ ਇੱਕ ਵਾਰੀ ਪ੍ਰੋਫੈਸਰ ਮੋਹਨ ਸਿੰਘ ਹੋਣਾ ਦੇ ਬਹੁਤ ਕਹਿੰਦੇ ਖਿਲਾਫ ਲਿਖਿਆ ਵੀ ਮੈਂ ਇੱਕ ਕਵਿਤਾ ਲੈ ਕੇ ਤਾਜ ਮਹਿਲ ਦੇ ਖਿਲਾਫ ਲਿਖਿਆ, ਜਾਇਦਾਦ, ਅਤੇ ਕਹਿੰਦੇ ਮੈਂ ਸ਼ਾਇਦ ਉਦੋਂ ਬੇਸੁਰਾ ਹੋ ਗਿਆ ਸੀਗਾ, ਅਤੇ ਵੀ ਮੋਹਨ ਸਿੰਘ ਵਰਗੀ ਕਵਿਤਾ ਜਿੱਦਾਂ ਅੰਬੀ ਦਾ ਬੂਟਾ ਹੈ ਨਾ, ਉਹ ਕੌਣ ਲਿਖ ਲੂਗਾ। ਅਤੇ ਇੱਕ ਤਰ੍ਹਾਂ ਉਸ ਵੇਲੇ ਦਾ ਇੱਦਾਂ ਦਾ ਮੂਡ ਹੋਇਆ ਸੀਗਾ, ਅਤੇ ਸਵੇਰ ਜਿਹੀ ਸੀ ਉਦੋਂ, ਯਾਨੀ ਮੋਰਨਿੰਗ ਦਾ ਟਾਈਮ ਸੀਗਾ, ਅਤੇ ਫਿਰ ਉਹ ਮੈਨੂੰ ਕਹਿੰਦੇ ਮੈਂ ਤੈਨੂੰ ਇੱਕ ਸਵੇਰ ਬਾਰੇ ਸ਼ੇਅਰ ਸੁਣਾਉਣਾ, ਇੱਕ ਉਰਦੂ ਕਵੀ ਦਾ। ਉਹ ਸ਼ੇਅਰ ਵੀ ਮੈਂ ਯਾਦ ਆ ਅਤੇ ਮੈਂ ਲਿਖਿਆ ਉਹ ਸੀਗਾ ਕਿ ਹਮ ਐਸੇ ਅਹਿਲੇ ਖਿਰਦ ਹੈਂ ਹਸੂਲੇ ਹੱਕ ਕੇ ਲੀਏ, ਕਿ ਅਸੀਂ ਇੰਨੇ ਅਕਲਮੰਦ ਹਾਂ ਕਿ ਰੱਬ ਦਾ ਅਹਿਸਾਸ ਪ੍ਰਾਪਤ ਕਰਨ ਲਈ हम ऐसे अहले खिरद हैं हसूल हक के लिए, अगर रसूल ना आते तो सुबह काफ़ी थी। क्या बात है। कि जे रसूल सानू सुनेहा देन ना भी आउंदे, कली सवेर ही आ जाती, तां भी सानू रब दी होंद दा एहसास हो जाना। सो उन्हां नू इन्ना कुछ अपना बाहरला शलोक शब्द इन्ना कुछ याद हुंदा सी कि यानी वो बंदा एक हर जिवें ना बंदा कोई रोम रोम कवि है ना, ते हर उहदा सवास समर्पित सी ਸਾਹਿਤ ਨੂੰ। ਤੇ ਕਦੀ ਕਦੀ ਯਾਨੀ ਜਦੋਂ ਚੱਲੀ ਆ 31 ਫਰਵਰੀ ਜੀ,
ਤੇ 31 ਫਰਵਰੀ 'ਚ ਵੀ ਆਪਣੇ ਪ੍ਰੈਸ ਸਾਹਿਬ ਦੇ ਖਿਲਾਫ ਕਾਫੀ ਆਉਂਦਾ ਸੀਗਾ ਮੋਹਨ ਦੇ ਖਿਲਾਫ। ਜਦੋਂ 31 ਫਰਵਰੀ ਆਉਣੀ ਤੇ ਪ੍ਰੈਸ ਮੋਹਨ ਹੋਣਾ ਨੇ ਉਹ ਮੇਰੀ ਮੇਜ਼ ਤੇ ਨਾ ਰੱਖ ਕੇ ਮਾਨ ਗਿਆ ਹਰਭਜਨ ਸਿੰਘ ਦੀ ਜੈ। ਤੇ ਅੱਛਾ, ਉਹ ਆਪਣਾ ਗੁੱਸਾ। ਹਾਂ, ਉਹ ਸਮਝਦੇ ਸੀਗੇ ਕਿ ਇਹ ਨੂਰ ਦਾ ਦੋਸਤ ਹੈ ਤੇ ਨੂਰ ਤੇ ਹਰਭਜਨ ਸਿੰਘ ਇੱਕ ਹੈ। ਸੋ ਇੱਕ ਤਰ੍ਹਾਂ ਉਹ ਮੈਨੂੰ ਸੁਣਾਉਂਦੇ ਹੁੰਦੇ ਸੀਗੇ ਵੀ ਆਹ ਦੇਖ ਲੈ ਆ ਗਈ 31 ਫਰਵਰੀ। 31 ਫਰਵਰੀ। ਤੇ ਕੋਈ ਅੰਮ੍ਰਿਤਾ ਪ੍ਰੀਤਮ ਨਾਲ ਕੋਈ ਖਾਸ ਯਾਦ ਕੋਈ ਸਾਂਝੀ ਕਰਨਾ ਚਾਹੋ? ਅੰਮ੍ਰਿਤਾ ਪ੍ਰੀਤਮ ਹੁਣਾਂ ਨੂੰ ਮੈਂ ਬਹੁਤ ਘੱਟ ਮਿਲਿਆ ਵੈਸੇ, ਪਰ ਪਹਿਲੀ ਜਦੋਂ ਅਸੀਂ ਉੱਥੇ ਇੱਕ ਵਾਰੀ ਉੱਥੇ ਪਟਿਆਲੇ ਤੋਂ ਮੈਂ ਤੇ ਇੰਦਰਜੀਤ ਬਿੱਟੂ ਜਿਹੜਾ ਕਿ ਆਪਣੇ ਉਹਨਾਂ ਦਾ ਜਿਹੜੇ ਪ੍ਰੀਤਮ ਸਿੰਘ ਸੀ ਉਹਨਾਂ ਦਾ ਕੋਈ ਰਿਸ਼ਤੇਦਾਰ ਸੀਗਾ, ਤੇ ਅਸੀਂ ਉਹਨੂੰ ਮਤਲਬ ਨਾਲ ਲੈ ਕੇ ਅਸੀਂ ਕਿਹਾ ਆਪਾਂ ਅੰਮ੍ਰਿਤਾ ਨੂੰ ਮਿਲ ਕੇ ਆਉਣਾ। ਤੇ ਪਹਿਲਾਂ ਅਸੀਂ ਪ੍ਰੀਤਮ ਸਿੰਘ ਨੂੰ ਮਿਲੇ ਜੀ। ਤੇ ਤਾਂ ਪ੍ਰੀਤਮ ਸਿੰਘ ਨੇ ਅੰਮ੍ਰਿਤਾ ਬਾਰੇ ਜਾਣੀ ਕਮਾਲ ਹੈ ਕਿ ਉਹਨਾਂ ਨੇ ਅੰਮ੍ਰਿਤਾ ਅਸੀਂ ਜਾ ਰਹੇ ਹਾਂ ਇੱਦਾਂ ਨਾ, ਤੇ ਕਹਿੰਦੇ ਅੰਮ੍ਰਿਤਾ ਜੀ ਨਹੀਂ ਇਹੋ ਜਿਹੇ ਫੰਕਸ਼ਨਾਂ 'ਤੇ ਜਾਂਦੇ ਹੈ ਨਾ, ਇੱਦਾਂ ਦੀ ਕੋਈ ਗੱਲ ਜਾਣੀ ਸੌਫਟ ਗੱਲਾਂ ਹੀ ਉਹਨਾਂ ਨੇ ਕੀਤੀਆਂ। ਸੋ ਫਿਰ ਸਾਨੂੰ ਮਿਲੇ ਗੁਰਭਗਤ ਸਿੰਘ, ਉਹ ਕਹਿਣ ਲੱਗੇ ਤੁਸੀਂ ਨਾ 16 ਸਾਲ ਲੇਟ ਹੋ ਗਏ ਅੰਮ੍ਰਿਤਾ ਪ੍ਰੀਤਮ ਨੂੰ ਮਿਲਣ ਸੀ। ਅਸੀਂ ਕਿ 16 ਸਾਲ ਕਿੱਦਾਂ? ਉਹਨਾਂ ਕੋਈ ਲਾਇਆ ਵੀ ਉਦੋਂ ਉਹ ਬਹੁਤ ਆਪਣੀ ਪੀਕ ਸੀ, ਉਹਨਾਂ ਦੀ ਜਾਣੀ ਆਪਣੀ ਸ਼ਖਸੀਅਤ ਪੱਖੋਂ ਵੀ ਸ਼ਾਇਰੀ ਪੱਖੋਂ ਵੀ। ਤਾਂ ਖੈਰ ਅਸੀਂ ਮਿਲੇ, ਪਰ ਅਸੀਂ ਗੁਮਨਾਮ ਰੂਪ 'ਚ ਮਿਲੇ, ਆਪਣੇ ਨਾਮ ਨਹੀਂ ਅਸੀਂ ਦੱਸੇ ਜਾਂ ਹੋਰ ਹੀ ਦੱਸੇ। ਸੋ ਪਹਿਲੀ ਮੁਲਾਕਾਤ ਅੰਮ੍ਰਿਤਾ ਹੋਣਾ ਨਾਲ ਇਹ ਸੀਗੀ। ਤੋ ਦੂਜੀ ਇੱਦਾਂ ਸੀ ਕਿ ਜਦੋਂ ਮੈਂ ਇਹ ਕਵਿਤਾ ਲਿਖੀ ਨਾ ਬੁੱਢੀ ਜਾਦੂਗਰਨੀ ਜੀ ਆਖਦੀ ਹੈ, ਤੇ ਮੈਂ ਦਿੱਲੀ ਤੋਂ ਬਾਅਦ ਗਿਆ ਤੇ ਕੋਈ ਮੈਨੂੰ ਕਹੇ ਵੀ ਤੂੰ ਬੜੀ ਅੱਛੀ ਇੰਦਰਾ ਗਾਂਧੀ ਬਾਰੇ ਕਵਿਤਾ ਲਿਖੀ ਆ, ਤੇ ਇੱਕ ਦੋ ਨੇ ਐਂ ਵੀ ਕਿਹਾ ਵੀ ਅੰਮ੍ਰਿਤਾ ਬਾਰੇ ਤੂੰ ਬੜੀ ਬੜੀ ਅੱਛੀ ਕਵਿਤਾ ਲਿਖੀ। ਤੇ ਉਹ ਤੋਂ ਬਾਅਦ ਮੈਨੂੰ ਅੰਮ੍ਰਿਤਾ ਮੈਨੂੰ ਮਿਲੀ ਆ। ਇੱਕ ਕਵੀ ਦਰਬਾਰ ਸੀਗਾ ਉੱਥੇ ਦਿੱਲੀ ਹੀ, ਯਾਨੀ ਉਦੋਂ ਦਿੱਲੀ ਰਿਕਾਰਡਿੰਗ ਹੁੰਦੀ ਸੀਗੀ, ਜਲੰਧਰ ਦੂਰਦਰਸ਼ਨ ਨਹੀਂ ਸੀਗਾ, ਅਤੇ ਉੱਥੇ ਮਨਜੀਤ ਟਿਵਾਣਾ ਵੀ ਸੀ, ਮੈਂ ਵੀ ਸੀ। ਅਤੇ ਮਨਜੀਤ ਟਿਵਾਣਾ ਨੇ ਤਾਂ ਉਹ ਪ੍ਰੋਗਰਾਮ ਬੰਦ ਕਰਾਤਾ ਕਿਉਂਕਿ ਕਿਸੇ ਨੇ ਜਿਹੜਾ ਸੀ ਨਾ ਇੰਟਰੋਡਿਊਸ ਕਰਾ ਰਿਹਾ, ਉਹ ਕਹਿੰਦਾ ਕਿ ਹੁਣ ਤੁਹਾਡੇ ਸਾਹਮਣੇ ਮਨਜੀਤ ਟਿਵਾਣਾ ਆਪਣੀ ਕਵਿਤਾ ਪੜ੍ਹਨਗੇ, ਜਿਹੜੇ ਕਿ ਦਲੀਪ ਕੌਰ ਟਿਵਾਣਾ ਦੀ ਛੋਟੀ ਭੈਣ ਨੇ। ਉਹ ਕਹਿੰਦੀ ਬੰਦ ਕਰੋ ਇੱਥੇ ਹੀ, ਹੈ ਨਾ, ਵੀ ਮੇਰੀ ਇੰਟਰੋਡਕਸ਼ਨ ਇਹ ਨਹੀਂ ਹੈਗੀ। ਉਹ ਵਿੱਚ ਰਿਕਾਰਡਿੰਗ ਤੋਂ ਰੁਕਿਆ, ਅਤੇ ਮੈਂ ਉੱਥੇ ਬੁੱਢੀ ਜਾਦੂਗਰਨੀ ਪੜ੍ਹੀ ਸੀ। ਅੱਛਾ। ਹਾਂ, ਅਤੇ ਉਹ ਫਿਰ ਇਹ ਹੋਇਆ ਕਿ ਵੀ ਉਹ ਪ੍ਰੋਗਰਾਮ ਮੁੜ ਕੇ ਟੈਲੀਕਾਸਟ ਹੀ ਨਹੀਂ ਹੋਇਆ। ਉਹ ਕਹਿੰਦੇ ਵੀ ਉਹ ਤੁਹਾਡੀ ਕਵਿਤਾ ਵੀ ਕੰਟਰੋਵਰਸ਼ੀਅਲ ਹੈ ਨਾ, ਅਤੇ ਉਹ ਯਾਨੀ ਕਿਸ ਲੈਵਲ 'ਤੇ ਉਹ ਨਹੀਂ ਹੋਇਆ ਇਹ ਜਾਂਦਾ। ਅਤੇ ਬਾਕੀ ਅੰਮ੍ਰਿਤਾ ਪ੍ਰੀਤਮ ਇਹ ਸੀ ਕਿ ਉਹਨਾਂ ਦਾ ਜਿਹੜਾ ਮੈਂ ਸਮਝਦਾ ਕਿ ਦਿੱਲੀ ਇੱਕ ਤਾਂ ਲੱਗਦੀ ਸੀ ਕਿ ਦੂਰ ਆ, ਹੈ ਨਾ, ਸੋ ਬਹੁਤ ਘੱਟ ਹੀ ਮੁਲਾਕਾਤਾਂ ਮੇਰੀਆਂ ਹੋਈਆਂ। ਅਤੇ ਕੋਈ ਖਾਸ ਕੋਈ ਗੱਲ ਸੰਤ ਸਿੰਘ ਸਿੱਖੋਂ ਹੋਣਾ ਬਾਰੇ ਕਰਨਾ ਚਾਹੋ? ਸਿੱਖੋਂ ਸਾਹਿਬ ਬਹੁਤ ਉਹ ਵੀ ਬਹੁਤ ਮਹਾਨ ਬੰਦੇ ਸੀਗੇ। ਮੈਂ ਉਹਨਾਂ ਬਾਰੇ ਇੱਕ ਪੇਜ ਹੀ ਲਿਖਿਆ ਸੀਗਾ, ਅਤੇ ਮੈਂ ਲਿਖਿਆ ਸੀ ਕਿ ਜਿਸ ਤਰ੍ਹਾਂ ਦੀ ਮੌਤ ਹੁੰਦੀ ਹੈ ਵੀ ਅੱਜ ਤੋਂ ਪਹਿਲਾਂ, ਹੈ ਨਾ, ਮੇਰੇ ਤੋਂ 10-15 ਕਿਲੋਮੀਟਰ ਦੂਰੀ 'ਤੇ ਇੱਕ ਸਮੁੰਦਰ ਹੁੰਦਾ ਸੀ ਜਿਹੜਾ ਹੁਣ ਨਹੀਂ ਰਿਹਾ। ਅਤੇ ਉਹ ਵਾਕਈ ਸਮੁੰਦਰ ਵਾਂਗ ਸੀ। ਇੱਕ ਤਾਂ ਉਹ ਬਹੁਤ ਗਿਆਨ ਤਾਂ ਸੀਗਾ, ਗਿਆਨ ਅਤੇ ਅਨੁਭਵ ਵੀ ਬਹੁਤ ਸੱਚੇ ਬੰਦੇ ਸੀਗੇ, ਜਿਹੜੇ ਆਪਣੇ ਖਿਲਾਫ ਵੀ ਬਹੁਤ ਸੱਚ ਬੋਲ ਸਕਦੇ ਸੀਗੇ। ਇੱਕੋ ਇੱਕ ਬੰਦਾ ਇਹੋ ਜਿਹਾ ਬੰਦਾ, ਉਹਨਾਂ ਨੂੰ ਅਸੀਂ ਕੁਛ ਵੀ ਪੁੱਛ ਲੈਣਾ, ਉਹਨੇ ਸਾਨੂੰ ਦੱਸਣਾ। ਅਤੇ ਜਿਹੜੀ ਮੇਰੇ ਨਾਲ ਪਹਿਲੀ ਮੁਲਾਕਾਤ ਹੋਈ ਸੀ ਉਹ ਇੱਦਾਂ ਹੋਈ ਸੀ ਕਿ ਮੈਨੂੰ ਪੁੱਛਦੇ ਕਿ ਤੂੰ ਉਹ ਮੁੰਡਿਆ ਤੂੰ ਕੀ ਲਿਖਦਾ ਹੁੰਦਾ? ਮੈਂ ਕਿਹਾ ਜੀ ਮੈਂ ਕਵਿਤਾ ਲਿਖਦਾ ਹੁੰਦਾ। ਉਹ ਇਕੱਲੀ ਕਵਿਤਾ ਨਾ ਲਿਖੀ, ਕੁਛ ਹੋਰ ਵੀ ਲਿਖਿਆ ਕਰ, ਕਵਿਤਾ ਦਾ ਕੀ ਪਤਾ ਆਵੇ ਨਾ ਆਵੇ, ਨਾ ਹੀ ਆਵੇ। ਕਿ ਉਹਨਾਂ ਦੀ ਜਿਹੜੀ ਸੀ ਕਿ ਵੀ ਕਵਿਤਾ ਇੱਕ ਅਵੇਸ਼ ਵਰਗੀ ਚੀਜ਼ ਹੈ। ਤਾਂ ਫਿਰ ਅਸੀਂ ਕਿ ਉਹ ਤੋਂ ਬਾਅਦ ਜਦੋਂ ਉਹਨਾਂ ਦੀ ਉਹ ਜਦੋਂ ਅਸੀਂ ਦਾਖੇ ਉਹਨੂੰ ਕਦੀ ਮਿਲਣ ਜਾਣਾ, ਅਤੇ ਕੋਈ ਵੀ ਉਹਨੂੰ ਮੈਂ ਇੱਕ ਵਾਰ ਪੁੱਛਿਆ ਉਹਨਾਂ ਨੂੰ, ਮੈਂ ਤੁਸੀਂ ਜਾਣੀ ਮਾਰਕਸਿਸਟ ਹੋ, ਤੁਸੀਂ ਵੈਸੇ ਤਾਂ ਕਹਿੰਦੇ, ਮੈਂ ਕਿਹਾ ਤੁਸੀਂ ਕੰਮ ਕੀਤਾ ਗੁਰੂ ਨਾਨਕ ਸਾਹਿਬ 'ਤੇ ਵੀ, ਗੁਰਬਾਣੀ 'ਤੇ, ਕਦੀ
ਪਾਠ ਕਰਨ ਵਾਂਗ ਪਾਠ ਵੀ ਕੀਤਾ ਹੂੰ ਤੇ ਮੈਨੂੰ ਕਹਿੰਦੇ ਵੀ ਇੱਕ ਦੋ ਵਾਰੀ ਕੀਤਾ ਹੂੰ ਵੀ ਆਪਣੇ ਬੇਟੇ ਦਾ ਭਵਿੱਖ ਬਾਰੇ ਸੋਚ ਕੇ, ਹੂੰ ਕਿ ਉਹ ਕਾਕੂ ਦੇ ਭਵਿੱਖ ਤੋਂ ਥੋੜ੍ਹੇ ਚਿੰਤਤ ਰਹਿੰਦੇ ਸੀਗੇ ਜੀ ਕਿ ਇਹ ਵੱਡਾ ਹੋ ਕੇ ਕੀ ਬਣੂਗਾ, ਕੀ ਕਰੂਗਾ। ਤੇ ਜਿਹੜੀ ਗੱਲ ਮੈਨੂੰ ਬਹੁਤ ਮੇਰੇ ਮਨ ਨੂੰ ਉਹਨੇ ਛੋਹਿਆ ਕਿ ਇੱਕ ਬੰਦੇ ਨੇ ਇਹ ਨਹੀਂ ਕਿਹਾ ਕਿ ਨਹੀਂ ਮੈਂ ਕਦੀ ਰੱਬ ਨੂੰ ਯਾਦ ਨਹੀਂ ਕੀਤਾ ਜਾਂ ਮੈਂ ਪਾਠ ਨਹੀਂ ਕੀਤਾ। ਸੋ ਇੱਕ ਇਹ ਬੜੀ ਸੱਚੇ ਸ਼ਖਸ ਦੀ ਨਿਸ਼ਾਨੀ ਸੀ। ਉਹਦੀ ਜੀਵਨ ਕਥਾ 'ਚ ਵੀ ਬਹੁਤ ਇਹੋ ਜਿਹੇ ਵਾਕਿਆ ਜਿੱਥੇ ਉਹ ਐਂ ਲੱਗਦਾ ਕਿ ਬੰਦਾ, ਕਿ ਬਾਕੀ ਲੋਕ ਤਾਂ ਆਪਣਾ ਇੱਕ ਤਰ੍ਹਾਂ ਇਮੇਜ ਬਿਲਡ ਕਰਨ ਲਈ ਲਿਖਦੇ ਆ ਜੀਵਨ ਕਥਾਵਾਂ, ਅਤੇ ਉਹਨੇ ਕਿਤੇ ਕਿਤੇ ਇੱਦਾਂ ਵੀ ਇਹੋ ਜਿਹੇ ਸੱਚ ਵੀ ਕਹੇ ਜਿੱਥੇ ਉਹ ਲੋਕ ਇਹ ਕਹਿ ਸਕਦੇ ਕਿ ਕਿੰਨਾ ਨੀਵਾਂ ਸੀ ਜਾਂ ਇੱਦਾਂ ਸੀ। ਸੋ ਹਾਜ਼ਰ ਜਵਾਬ ਬਹੁਤ ਸੀਗੇ। ਇੱਕ ਵਾਰੀ ਇੱਥੇ ਗੁਰਬਾਣੀ ਕੀਰਤਨ ਦਾ ਪ੍ਰੋਗਰਾਮ ਸੀ ਜਵੱਦੀ, ਅਤੇ ਕੋਈ ਕਹਿਣ ਲੱਗਾ ਸਿੱਖ ਸਾਹਿਬ ਤੁਸੀਂ ਇੱਥੇ ਕੀ ਕਰਦੇ ਹੋ, ਤੁਸੀਂ ਤਾਂ ਕਾਮਰੇਡ ਹੋ, ਹੈ ਨਾ, ਅਤੇ ਤੁਸੀਂ ਉਹ ਕਹਿੰਦੇ ਸਿੱਖ ਸਾਹਿਬ ਕਹਿੰਦੇ ਉਹ ਜਿਹੜਾ ਨਿਰਗੁਣ ਪ੍ਰਭੂ ਹੁੰਦਾ ਨਾ, ਉਹ ਲਗਭਗ ਨਾਸਤਿਕਤਾ ਵਾਲੀ ਗੱਲ ਹੈ ਕਿ ਜਦੋਂ ਅਸੀਂ ਨਿਰਗੁਣ ਪ੍ਰਭੂ 'ਚ ਯਕੀਨ ਕਰਦੇ ਹਾਂ। ਸੋ ਐਂ ਸੀ ਕਿ ਉਹਨਾਂ ਦੀ ਜਿਹੜੀ ਬੇਬਾਕੀ ਅਤੇ ਹਰ ਇੱਕ ਦੇ ਹਾਣੀ ਬਣ ਜਾਣਾ, ਉਹ ਬਹੁਤ ਵੱਡੀ ਗੱਲ ਸੀ। ਅਤੇ ਪਤ ਸਾਹਿਬ ਆਖਰ 'ਚ ਕੋਈ ਤੁਹਾਡੇ ਜ਼ਿਹਨ 'ਚ ਕੋਈ ਹੋਰ ਗੱਲ ਹੋਵੇ ਕਿਸੇ ਲੇਖਕ ਨਾਲ ਬਿਤਾਈ ਖਾਸ, ਜਿਹੜੀ ਤੁਸੀਂ ਪਾਠਕਾਂ ਨਾਲ, ਦਰਸ਼ਕਾਂ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ? ਜਿਸ ਤਰ੍ਹਾਂ ਜਿਹੜੇ ਸਾਡੇ ਸਮਕਾਲੀ ਜਿਹੜੇ ਬਿਲਕੁਲ ਸਾਡੇ ਨੇ, ਜਿੱਦਾਂ ਅਮਿਤੋਜ ਸੀਗਾ ਜੀ, ਕਿ ਅਮਿਤੋਜ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਬਹੁਤ ਜਲਦੀ ਸਾਥੋਂ ਵਿਛੜ ਗਿਆ ਹੈ ਨਾ, ਤੋ ਅਮਿਤੋਜ ਨੇ ਅਤੇ ਮੈਂ ਅਤੇ ਇੱਕ ਅਜੀਤ ਸਿੰਘ, ਅਸੀਂ ਇੱਕ ਮੈਗਜ਼ੀਨ ਇੱਕ ਵਾਰੀ ਕੱਢਿਆ ਰੂਪ ਰੇਖਾ, ਅਤੇ ਅਸੀਂ ਕਿਹਾ ਵੀ ਸਾਰੇ ਕਵਿਤਾਵਾਂ ਵੱਡੇ ਕਵੀਆਂ ਕੋਲੋਂ ਲੈ ਕੇ ਆਉਣਾ, ਤਾਂ ਅਸੀਂ ਅਮਿਤੋਜ ਨੂੰ ਮੀਸ਼ੇ ਕੋਲ ਕਵਿਤਾ ਲੈਣ ਲਈ ਭੇਜਿਆ। ਅਤੇ ਅਮਿਤੋਜ ਦੀ ਐਕਟਿੰਗ ਬੜੀ ਮਸ਼ਹੂਰ ਹੁੰਦੀ ਸੀਗੀ, ਅਤੇ ਮੀਸ਼ਾ ਨੇ ਕਿਹਾ ਵੀ ਇਹ ਨਵੇਂ ਜਿਹੇ ਮੁੰਡੇ ਕੀ ਮੈਗਜ਼ੀਨ ਕੱਢਣਗੇ। ਉਹਨੇ ਸ਼ਾਇਦ ਉਹਨੂੰ ਕਹਿ ਤਾ, ਅਤੇ ਅਮਿਤੋਜ ਜਿੱਥੇ ਰੋਣ ਲੱਗ ਪਿਆ। ਅਮਿਤੋਜ ਕਹਿੰਦਾ ਵੀ ਮੈਂ ਰੋ ਕੇ ਕਵਿਤਾ ਲੈ ਕੇ ਆਇਆ। ਅਤੇ ਸੋ ਅਮਿਤੋਜ ਨਾਲ ਜਿਹੜੀਆਂ ਮੁਲਾਕਾਤਾਂ ਨੇ, ਅਮਿਤੋਜ ਨਾਲ ਜਿਹੜਾ ਮੇਰਾ ਸੰਬੰਧ ਹੈ, ਕਿ ਉਹ ਮੈਂ ਜਾਣੀ ਸਮਝਦਾ ਕਿ ਉਹ ਉਸ ਜਿਹੜੇ ਮੇਰੇ ਸਾਰੇ ਸਮਕਾਲੀਆਂ ਤੋਂ ਇੱਕ ਇਹੋ ਜਿਹਾ ਰਿਸ਼ਤਾ ਸੀਗਾ ਜਿਹਦੀਆਂ ਬਹੁਤ ਪਰਤਾਂ ਅਤੇ ਬਹੁਤ ਤਹਿਾਂ ਸੀ। ਅਤੇ ਜਦੋਂ ਅਮਿਤੋਜ ਜਦੋਂ ਬਿਮਾਰ ਹੋਇਆ ਅਤੇ ਮੈਂ ਉਹਨੂੰ ਮਿਲਣ ਗਿਆ ਜਲੰਧਰ, ਅਤੇ ਉਹ ਮੈਂ ਕਦੀ ਉਹ ਭੁੱਲ ਨਹੀਂ ਸਕਦਾ ਕਿ ਜਿਸ ਤਰ੍ਹਾਂ ਦੀ ਉਹਦੀ ਉਦੋਂ ਹਾਲਤ ਸੀ, ਕਿ ਮੈਨੂੰ ਲੱਗਾ ਜਿਵੇਂ ਕੋਈ ਮਤਲਬ ਐਕਟਰ ਹੋਵੇ ਨਾ, ਉਹਦੇ ਕੱਪੜੇ ਹੈ ਨਾ ਚੱਜ ਦੇ ਪਾਏ ਹੋਏ, ਅਤੇ ਬਹੁਤ ਮੰਦਹਾਲੀ ਵਾਲੀ ਹਾਲਤ। ਅਤੇ ਮੈਂ ਕਿਹਾ ਵੀ ਜੇ ਮੇਰੇ ਮਨ 'ਚ ਆਉਂਦਾ ਕਿ ਵੀ ਸ਼ਾਇਦ ਅਮਿਤੋਜ ਇੱਕ ਐਕਟਿੰਗ ਕਰ ਰਿਹਾ ਹੈ ਨਾ, ਫਿਰ ਮੈਂ ਕਹਿੰਦਾ ਹੁਣੇ ਦ੍ਰਿਸ਼ ਬਦਲੂਗਾ ਅਤੇ ਅਮਿਤੋਜ ਫਿਰ ਪਹਿਲਾਂ ਵਰਗਾ ਅਮਿਤੋਜ ਬਣ ਕੇ ਨਿਕਲੂਗਾ। ਪਰ ਮੈਂ ਲਿਖਿਆ ਕਿ ਉਦੋਂ ਸ਼ਾਇਦ ਹੁਣ ਤਕਦੀਰ ਉਹਦੇ ਮੁਕਾਬਲੇ 'ਤੇ ਐਕਟਿੰਗ ਕਰ ਰਹੀ ਸੀ, ਜਿਹਨੂੰ ਉਹ ਜਿੱਤ ਨਾ ਸਕਿਆ ਅਤੇ ਜੁਦਾ ਹੋ ਗਿਆ। ਸੋ ਉਹ ਅਮਿਤੋਜ ਬਾਰੇ ਮੇਰੀ ਗਜ਼ਲ 'ਚ ਵੀ ਜ਼ਿਕਰ ਆਉਂਦਾ ਕਿ ਖੱਤ ਲਿਖਿਆ ਅਮਿਤੋਜ ਨੂੰ, ਪਰ ਲਿਖਿਆ ਹੰਝੂਆਂ ਨਾਲ। ਤੁਸੀਂ ਉਹਨਾਂ ਬਾਰੇ ਉਹ ਵੀ ਸ਼ੇਅਰ ਯਾਦ ਕਰਦੇ ਹੁੰਦੇ, ਤੂੰ ਕਾਲੇ। ਹਾਂ ਤੂੰ ਕਾਲੇ, ਉਹਨੇ ਜਾਣੀ ਜਦੋਂ ਉਹਦੇ ਮੈਂ ਜਦੋਂ ਫੋਟੋ ਖਿੱਚਣ ਲੱਗੇ ਨਾ, ਮੈਂ ਸੀ ਦੀਦਾਰ, ਅਤੇ ਉਹਦੀ ਇੱਕ ਅੱਖ ਸਮਝ ਲਓ ਬੈਠ ਗਈ ਸੀ ਜਿਵੇਂ ਸ਼ੂਗਰ ਕਰਕੇ ਨਾ, ਅਤੇ ਉਹਦੀ ਵਾਈਫ ਨੇ ਆਪਣੇ ਉਹਨੂੰ ਗੋਗਲ ਲਾ ਕੇ ਦਿੱਤੇ, ਤਾਂ ਉਹਦੀ ਅੱਖਾਂ 'ਤੇ ਉਹਨੇ ਲਾ ਲਿਆ, ਅਤੇ ਉਹ ਫੋਟੋ ਖਿੱਚੀ, ਅਤੇ ਮੈਂ ਉੱਥੇ ਸ਼ੇਅਰ ਕਰ ਦਿੱਤਾ ਕਿ ਤੂੰ ਕਾਲੇ ਚਸ਼ਮੇ ਨਾ ਲਾਹੇ ਅਤੇ ਮੇਰੀ ਰੀਝ ਰਹੀ, ਮੈਂ ਤੇਰੇ ਨੈਣ ਤਾਂ ਕੀ ਤੇਰੇ ਖਾਬ ਤੱਕ ਦੇਖਾਂ। ਬਹੁਤ ਖੂਬਸੂਰਤ, ਬਹੁਤ ਬਹੁਤ ਸ਼ੁਕਰੀਆ ਸਰ, ਇੰਨੀਆਂ ਖੂਬਸੂਰਤ ਸਿਮਰਤੀਆਂ ਜਿਹੜੀਆਂ ਲੇਖਕਾਂ ਨਾਲ ਬਤਾਈਆਂ, ਸਾਡੇ ਨਾਲ ਸਾਂਝੀਆਂ ਕੀਤੀਆਂ, ਜਿੰਨੀਆਂ ਕਿ ਯਾਦ ਆਈਆਂ ਤਰਦੀਆਂ। ਤੇ
ਇਹਦੇ ਨਾਲ ਹੀ ਇੱਕ ਹੋਰ ਗੱਲ ਲਈ ਸ਼ੁਕਰੀਆ ਮੈਂ ਇਹ ਕਰਨਾ ਚਾਹਾਂਗਾ ਕਿ ਅੱਜ ਦੀ ਸਾਡੀ ਮੁਲਾਕਾਤ ਵੀ ਜਿਹੜੀ ਤੁਹਾਡੇ ਨਾਲ ਹੋਈ ਆ, ਹਾਂ, ਕਿ ਤੁਹਾਡਾ ਇੱਕ ਸ਼ੇਰ ਵੀ ਆ, ਸਾਡੀ ਤੁਹਾਡੀ ਮੁਲਾਕਾਤ ਹੋਈ, ਜਿਵੇਂ ਬਲਦੇ ਜੰਗਲ ਤੇ ਬਰਸਾਤ ਹੋਈ। ਤੇ ਇਸ ਤਰ੍ਹਾਂ ਦਾ ਅਹਿਸਾਸ ਲੈ ਕੇ ਜੁਦਾ ਹੋ ਗਏ। ਦੇਖੋ ਇਹਦੇ 'ਚ ਜ਼ਿਆਦਾ ਖੁਸ਼ਕਿਸਮਤੀ ਉਹਦੀ ਹੁੰਦੀ ਜਿਹੜਾ ਉਮਰ 'ਚ ਵੱਡਾ ਹੋਵੇ, ਕਿਉਂਕਿ ਉਹਦੀ ਯਾਦ ਤੁਹਾਡੇ ਦਿਲ 'ਚ ਫਿਰ ਰਹਿੰਦੀ ਆ, ਹਨਾ, ਉਹ ਅਗਲੇ ਯੁੱਗ ਤੱਕ ਚਲੀ ਜਾਂਦੀ ਆ। ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਇੰਨੇ ਪਲ ਜਿਹੜੇ ਤੁਹਾਡੇ ਨਜ਼ਦੀਕ ਬਿਤਾਏ ਆ, ਐਡੀਆਂ ਸੋਹਣੀਆਂ ਗੱਲਾਂ ਸੁਣੀਆਂ, ਤੇ ਤੁਹਾਡੀ ਚੰਗੀ ਸਿਹਤ ਲਈ ਸ਼ੁਭ ਕਾਮਨਾਵਾਂ। ਬਹੁਤ ਬਹੁਤ ਸ਼ੁਕਰੀਆ ਕੁਲਬੀਰ, ਤੇ ਬਹੁਤ ਬਹੁਤ ਪਿਆਰ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ। ਥੈਂਕ ਯੂ।